ओके। वाहिगुरू जी का खालसा वाहिगुरू जी की फतेह। ਸਨਮਾਨਯੋਗ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਅੱਜ ਦੀ ਗੁਰਮਤਿ ਕਲਾਸ ਵਿੱਚ ਜੀ ਆਇਆਂ। ਅਕਾਲ ਪੁਰਖ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਸਦਕਾ ਅਸੀਂ ਜਪ ਬਾਣੀ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ। 35 ਪੌੜੀਆਂ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ। ਅੱਜ ਦੀ ਕਲਾਸ ਵਿੱਚ ਜੋ ਕੱਲ ਵਿਚਾਰ ਅਸੀਂ 35ਵੀਂ ਪੌੜੀ ਦੀ ਕੀਤੀ ਸੀ, ਉਹਦਾ ਥੋੜਾ ਜਿਹਾ ਵਿਖਿਆਨ ਹੋਰ ਔਰ 36ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਏਗੀ। ਇਹ ਵਿਚਾਰ ਦੀ ਸੇਵਾ ਵੀਰ ਪ੍ਰਭ ਕੀਰਤਨ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ, ਉਹ ਰੋਜ਼ ਨਿਭਾਉਂਦੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੀ ਵਿਚਾਰ ਸ਼ੁਰੂ ਕਰਨ। ਸਾਹਿਬ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਕੱਲ ਆਪਾਂ ਅਰਥਾਂ ਦੀ ਵਿਚਾਰ ਕੀਤੀ ਸੀ ਜਪਜੀ ਸਾਹਿਬ ਦੀ 35ਵੀਂ ਪੌੜੀ ਦੀ। ਉਹਦੇ ਬਾਰੇ ਅੱਜ ਆਪਾਂ ਰਲ ਮਿਲ ਕੇ ਗਿਆਨ ਖੰਡ ਦੇ ਬਾਰੇ ਕੁਝ ਵਿਚਾਰ ਕਰਨੀ ਹੈ। ਪਰ ਉਹ ਵਿਚਾਰ ਸ਼ੁਰੂ ਕਰਨ ਤੋਂ ਪਹਿਲੇ ਆਓ ਇੱਕ ਵਾਰੀ ਅਗਲੀ ਪੌੜੀ ਦਾ ਆਪਾਂ ਮਿਲ ਕੇ ਪਾਠ ਕਰ ਲਈਏ ਜੀ। ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸਿਧਾਂ ਕੀ ਸੁਧ। ਗੁਰੂ ਪਿਆਰਿਓ, ਇਹ 36ਵੀਂ ਪੌੜੀ ਜਿਸ ਦਾ ਆਪਾਂ ਪਾਠ ਕੀਤਾ ਹੈ। ਇਸ ਪੌੜੀ ਦੇ ਜੋ ਪਹਿਲੀਆਂ ਦੋ ਪੰਕਤੀਆਂ ਹਨ, ਕਿਉਂਕਿ ਇਹਨਾਂ ਦਾ ਸੰਬੰਧ ਗਿਆਨ ਖੰਡ ਦੇ ਨਾਲ ਹੀ ਹੈ ਜਿਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਇਸ ਤੋਂ ਪਹਿਲੀ ਪੌੜੀ ਵਿੱਚ ਸਤਿਗੁਰਾਂ ਨੇ ਜੋ ਵਿਚਾਰ ਕੀਤੀ ਹੈ ਉਸ ਦੇ ਸੰਬੰਧ ਵਿੱਚ ਹੀ ਜੋ ਪਹਿਲੀ ਪੰਕਤੀ ਹੈ ਉਹਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਭਾਵ ਹੈ ਕਿ ਜੋ ਇਸ ਤੋਂ ਪਹਿਲਾਂ ਹੁਣ ਤੱਕ ਵਿਚਾਰ ਆਈ ਹੈ ਉਹ ਗਿਆਨ ਖੰਡ ਦੀ ਵਿਚਾਰ ਹੈ। ਔਰ ਸਤਿਗੁਰੂ ਜੀ ਇੱਥੇ ਸਾਨੂੰ ਗਾਈਡ ਕਰਦੇ ਹਨ ਕਿ ਗਿਆਨ ਖੰਡ ਵਿੱਚ ਭਾਵ ਮਨੁੱਖ ਦੀ ਗਿਆਨ ਅਵਸਥਾ ਆਪਾਂ ਕਹਿ ਲਈਏ, ਉਹਦੇ ਵਿੱਚ ਗਿਆਨ ਬਲਵਾਨ ਹੋ ਜਾਂਦਾ ਹੈ, ਬਹੁਤ ਬਲਵਾਨ ਹੋ ਜਾਂਦਾ ਹੈ। ਪ੍ਰਚੰਡ ਜੋ ਹੈ ਇਹ ਸ਼ਬਦ ਅਸੀਂ ਆਮ ਭਾਸ਼ਾ ਵਿੱਚ ਵੀ ਵਰਤਦੇ ਹਾਂ। ਇਹਦਾ ਜੋ ਡਿਕਸ਼ਨਰੀ ਅਰਥ ਹੁੰਦਾ ਹੈ ਉਹ ਤਾਂ ਇਹੀ ਹੁੰਦਾ ਹੈ ਕਿ ਅਤ ਬਲਵਾਨ, ਜਾਂ ਕੋਈ ਜਿਹਦਾ ਬੜਾ ਤੇਜ਼ ਹੋਵੇ ਜਾਂ ਬੜਾ ਪ੍ਰਬਲ ਹੋਵੇ। ਪਰ ਪ੍ਰਚੰਡ ਆਪਣੇ ਆਪ ਦੇ ਵਿੱਚ ਹੀ ਜੋ ਕਨਵੇ ਕਰਦਾ ਹੈ, ਜਦੋਂ ਗਿਆਨ ਪ੍ਰਚੰਡ ਸਤਿਗੁਰਾਂ ਨੇ ਕਿਹਾ ਹੈ ਤਾਂ ਇਹਦਾ ਅਰਥ ਇਹ ਬਣਦਾ ਹੈ ਕਿ ਇਹ ਗਿਆਨ ਦੀ ਜੋ ਰੌਸ਼ਨੀ ਹੈ, ਗਿਆਨ ਦੀ ਅਵਸਥਾ ਦਾ ਜੋ ਅਸੀਂ ਕਹੀਏ ਕਿ ਸਟੇਟਸ ਹੈ, ਉਹ ਬਹੁਤ ਹੀ ਉੱਚਾ ਹੈ, ਬਹੁਤ ਹੀ ਤੇਜ਼ ਗਿਆਨ ਵਾਲਾ ਹੈ। ਇੰਨਾ ਤੇਜ਼ ਗਿਆਨ ਹੈ ਜਿਵੇਂ ਇਹਦੇ ਸਾਹਮਣੇ ਕੋਈ ਠਹਿਰ ਨਾ ਸਕਦਾ ਹੋਵੇ, ਅਤ ਬਲਵਾਨ ਜਿਹਨੂੰ ਆਪਾਂ ਕਹਿ ਲਈਏ। ਇਹਦੀ ਥੋੜ੍ਹੀ ਜਿਹੀ ਹੋਰ ਵਿਆਖਿਆ ਅਗਲੀ ਪੰਕਤੀ ਵਿੱਚ ਵੀ ਸਤਿਗੁਰੂ ਕਰਦੇ ਹਨ ਕਿ ਤਿੱਥੈ ਭਾਵ ਉਸ ਗਿਆਨ ਖੰਡ ਦੇ ਵਿੱਚ ਨਾਦ ਵਿਨੋਦ ਕੋਡ ਆਨੰਦ।
ਨਾਦ ਕਹਿੰਦੇ ਹਨ ਆਵਾਜ਼ ਨੂੰ, ਰਾਗ ਨੂੰ, ਤੇ ਵਿਨੋਦ ਕਹਿੰਦੇ ਹਨ ਤਮਾਸ਼ਿਆਂ ਨੂੰ। ਜਿਵੇਂ ਅਸੀਂ ਹਾਸ ਵਿਨੋਦ ਕਹਿੰਦੇ ਹਾਂ, ਕੋਈ ਐਸੀਆਂ ਗੱਲਾਂ ਹੋਣੀਆਂ, ਐਸੇ ਨਜ਼ਾਰੇ ਸਾਡੇ ਸਾਹਮਣੇ ਆ ਜਾਣੇ ਜਿਨ੍ਹਾਂ ਨੂੰ ਦੇਖ ਕੇ ਬੰਦਾ ਖੁਸ਼ੀ ਦੀ ਅਵਸਥਾ ਵਿੱਚ ਆ ਜਾਵੇ। ਤੇ ਕੋਡ ਦਾ ਅਰਥ ਹੈ ਕੌਤਕ। ਕੋਈ ਅਜੀਬ, ਮਨ ਨੂੰ ਹੈਰਾਨ ਕਰ ਦੇਣ ਵਾਲੇ, ਮਨ ਨੂੰ ਖੁਸ਼ ਕਰ ਦੇਣ ਵਾਲੇ ਜੋ ਘਟਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਕੌਤਕ ਕਹਿੰਦੇ ਹਾਂ। ਤੇ ਆਨੰਦ ਸ਼ਬਦ ਜੋ ਹੈ ਇਹ ਆਪਣੇ ਆਪ ਦੇ ਵਿੱਚ ਹੀ ਆਨੰਦ ਦਾ ਇੱਕ ਬੜੀ ਅਤ ਸਵਾਦਲੀ ਅਵਸਥਾ, ਵਿਸਮਾਦ ਦੀ ਅਵਸਥਾ ਦਾ ਲਿਖਾਇਕ ਹੈ। ਹੁਣ ਸਤਿਗੁਰੂ ਜੀ ਇੱਥੇ ਕੀ ਕਹਿ ਰਹੇ ਹਨ ਕਿ ਤਿੱਥੈ ਭਾਵ ਗਿਆਨ ਖੰਡ ਦੇ ਵਿੱਚ, ਗਿਆਨ ਦੀ ਅਵਸਥਾ ਦੇ ਵਿੱਚ ਆਨੰਦ ਦੀ ਅਵਸਥਾ ਹੈ। ਪਰ ਇਹ ਆਨੰਦ ਦੀ ਅਵਸਥਾ ਦੀ ਉਹਨਾਂ ਨੇ ਵਿਆਖਿਆ ਜਿਹੜੀ ਕੀਤੀ ਹੈ ਉਹ ਧਿਆਨ ਦੇਣ ਵਾਲੀ ਹੈ ਕਿ ਨਾਦ, ਵਿਨੋਦ, ਕੋਡ, ਇਹ ਤਿੰਨ ਚੀਜ਼ਾਂ ਭਾਵ ਰਾਗ, ਤਮਾਸ਼ੇ ਤੇ ਕੌਤਕ, ਇਹ ਸਾਨੂੰ ਬਹੁਤ ਆਨੰਦ ਦਿੰਦੀਆਂ ਹਨ। ਆਮ ਜੀਵਨ ਦੇ ਵਿੱਚ ਵੀ ਅਸੀਂ ਦੇਖੀਏ ਬੜੀ ਖੁਸ਼ੀ ਦਿੰਦੀਆਂ ਹਨ। ਅਸੀਂ ਆਮ ਸੁਣਦੇ ਹਾਂ ਕਿ ਜੀ ਜਦੋਂ ਕੋਈ ਕਹਿੰਦਾ ਹੈ ਸਾਨੂੰ ਕਿ ਮਨ ਉਦਾਸ ਸੀ ਤੇ ਸੰਗੀਤ ਸੁਣਿਆ ਤੇ ਮਨ ਠੀਕ ਹੋ ਗਿਆ, ਰਾਗ ਦਾ ਇਹ ਅਸਰ ਹੁੰਦਾ ਹੈ, ਮਨ ਆਨੰਦ ਵਿੱਚ ਆ ਗਿਆ। ਤਮਾਸ਼ੇ ਅਸੀਂ ਦੇਖਦੇ ਹਾਂ ਅੱਜ ਸਾਰੀ ਦੁਨੀਆ ਸਿਨੇਮਿਆਂ ਦੇ ਵਿੱਚ, ਟੀਵੀ ਅੱਗੇ, ਸੀਰੀਅਲਸ ਤੇ ਇਹਨਾਂ ਸਾਰੀਆਂ ਚੀਜ਼ਾਂ ਤਮਾਸ਼ਿਆਂ ਦੇ ਵਿੱਚੋਂ ਆਨੰਦ ਭਾਲਦੀ ਹੈ, ਕਿਉਂਕਿ ਇਹਦੇ ਚੋਂ ਬਹੁਤ ਆਨੰਦ ਮਨੁੱਖ ਨੂੰ ਮਿਲਦਾ ਹੈ। ਤੇ ਕੌਤਕ ਵੇਖ ਵੇਖ ਕੇ, ਅਜੀਬੋ ਗਰੀਬ ਹਰਕਤਾਂ ਵੇਖ ਵੇਖ ਕੇ ਜਿਹੜੀਆਂ ਸਾਡੀ ਸਮਝ ਤੋਂ ਬਾਹਰ ਹੋਣ ਜਾਂ ਸਾਡੇ ਜੋ ਇਮੈਜੀਨੇਸ਼ਨ ਹੈ ਉਸ ਤੋਂ ਅੱਗੇ ਦੀਆਂ ਹੋਣ, ਤਰ੍ਹਾਂ ਤਰ੍ਹਾਂ ਦੀਆਂ ਗੇਮਸ, ਸਰਕਸ ਜਾਂ ਹੋਰ ਇਸ ਕਿਸਮ ਦੇ ਜਿਹੜੇ ਰਿਐਲਿਟੀ ਵਾਲੀਆਂ ਗੱਲਾਂ ਨੇ ਕਿ ਸਾਡੇ ਸਾਹਮਣੇ ਕੋਈ ਆ ਕੇ ਕਰਦਾ ਹੈ, ਤਾਂ ਉਹਨੂੰ ਅਸੀਂ ਕੌਤਕ ਦੀ ਕੈਟੇਗਰੀ ਦੇ ਵਿੱਚ ਰੱਖ ਸਕਦੇ ਹਾਂ। ਭਾਵ ਇਹ ਕਿ ਸਤਿਗੁਰੂ ਕਹਿ ਰਹੇ ਹਨ ਕਿ ਗਿਆਨ ਖੰਡ ਦੇ ਵਿੱਚ ਜੋ ਅਵਸਥਾ ਬਣਦੀ ਹੈ ਮਨੁੱਖ ਦੀ, ਉਹ ਐਸੇ ਉੱਚੇ ਆਨੰਦ ਦੀ ਅਵਸਥਾ ਬਣਦੀ ਹੈ ਜਿਹੜਾ ਸ਼ਾਇਦ ਇਹਨਾਂ ਸਾਰਿਆਂ ਦਾ ਸਮ ਹੋਵੇ, ਸਮ ਟੋਟਲ ਹੋਵੇ। ਰਾਗ, ਤਮਾਸ਼ੇ, ਕੌਤਕ ਦਾ ਆਨੰਦ, ਇਹਨਾਂ ਤਿੰਨਾਂ ਨੂੰ ਅਗਰ ਅਸੀਂ ਇਕੱਠੇ ਹੀ ਆਪਾਂ ਸਮਝੀਏ ਕਿ ਕਿੱਡਾ ਕੁ ਵੱਡਾ ਆਨੰਦ ਮਿਲਦਾ, ਤੇ ਸਤਿਗੁਰੂ ਕਹਿੰਦੇ ਹਨ ਕਿ ਐਡਾ ਆਨੰਦ ਉੱਥੋਂ ਮਿਲਦਾ ਹੈ। ਹੁਣ ਇਹ ਇੱਕ ਉਪਮਾ ਹੈ, ਇਹ ਕੋਈ ਮੈਥਮੈਟਿਕਸ ਦਾ ਕੁਐਸਚਨ ਨਹੀਂ ਹੈ। ਦਰਅਸਲ ਸਤਿਗੁਰੂ ਕਹਿੰਦੇ ਹਨ ਕਿ ਜਿੰਨਾ ਕੁ ਵੀ ਆਨੰਦ ਅਸੀਂ ਸੋਚ ਸਕਦੇ ਹਾਂ ਕਿ ਕਿੰਨਾ ਕੁ ਆਨੰਦ ਕਿਸੇ ਵਸਤੂ ਚੋਂ, ਕਿਸੇ ਗੱਲ ਚੋਂ ਜਾਂ ਕਿਸੇ ਆਵਾਜ਼ ਚੋਂ ਸਾਨੂੰ ਮਿਲ ਸਕਦਾ ਹੈ, ਉਸ ਤੋਂ ਵੀ ਵੱਡਾ ਆਨੰਦ ਉਸ ਗਿਆਨ ਦੀ ਅਵਸਥਾ ਦੇ ਵਿੱਚ ਮਿਲਦਾ ਹੈ। ਤੋ ਇਹ ਸਤਿਗੁਰਾਂ ਨੇ ਇੱਥੇ ਗਿਆਨ ਖੰਡ ਦੀ ਬਰੀਫ ਜਿਹੀ ਵਿਆਖਿਆ ਕੀਤੀ ਹੈ। ਇਸ ਪੌੜੀ ਦੇ ਆਪਾਂ ਅੰਤ ਵਿੱਚ ਜਾ ਕੇ ਇੱਕ ਵਾਰੀ ਫੇਰ ਸਾਰੇ ਅਰਥ ਕਰਾਂਗੇ, ਪਰ ਆਓ ਪਹਿਲਾਂ ਆਪਾਂ ਜੋ ਇਸ ਤੋਂ ਪਹਿਲਾਂ ਗਿਆਨ ਖੰਡ ਦਾ ਆਪਾਂ ਪੌੜੀ, ਇਸ ਤੋਂ ਪਹਿਲੀ ਪੌੜੀ 35ਵੀਂ ਪੌੜੀ ਜੋ ਹੈ ਉਹਦੇ ਵਿੱਚ ਜੋ ਸਤਿਗੁਰਾਂ ਨੇ ਜੋ ਗਿਆਨ ਖੰਡ ਦੀ ਵਿਆਖਿਆ ਕੀਤੀ ਹੈ, ਕਿ ਉਹ ਆਪਾਂ ਇੱਕ ਵਾਰ ਉਹਨੂੰ ਦੇਖ ਲਈਏ ਕਿ ਸਤਿਗੁਰਾਂ ਨੇ ਸਾਨੂੰ ਸਮਝਾਇਆ ਕੀ ਹੈ ਔਰ ਉਹਦੇ ਵਿੱਚੋਂ ਸਾਨੂੰ ਕੀ ਸੇਧ ਮਿਲਦੀ ਹੈ ਆਪਣੇ ਜੀਵਨ ਦੇ ਵਿੱਚ। ਤੋ ਸਤਿਗੁਰੂ ਜੀ ਇਸ ਪੌੜੀ ਦੇ ਵਿੱਚ ਗਿਆਨ ਖੰਡ ਦੀ ਗੱਲ ਕਰਦੇ ਹਨ, ਪਰ ਗਿਆਨ ਖੰਡ ਦੀ ਜਿਹੜੀ ਅਵਸਥਾ ਹੈ ਇਹਨੂੰ ਸਾਨੂੰ ਧਰਮ ਖੰਡ ਦੇ ਨਾਲ ਰਿਲੇਟ ਕਰਕੇ ਹੀ ਸਮਝਣਾ ਪਵੇਗਾ, ਜਿਸ ਦੀ ਵਿਚਾਰ ਆਪਾਂ ਪਹਿਲਾਂ ਕੱਲ ਕਰ ਚੁੱਕੇ ਹਾਂ। ਇੱਕ ਬਿਲਕੁਲ ਸੰਖੇਪ ਜਿਹੀ ਆਪਾਂ ਇੱਕ ਰਿਵੀਜ਼ਨ ਕਹਿ ਲਈਏ, ਉਹਦੀ ਆਪਾਂ ਇੱਕ ਕਰ ਲਈਏ ਕਿ ਧਰਮ ਖੰਡ ਦਾ ਅਰਥ ਹੈ ਕਿ ਜਦੋਂ ਮਨੁੱਖ ਨੂੰ ਜਗਤ ਵਿੱਚ ਵਰਤ ਰਹੇ ਧਰਮ, ਨਿਯਮ, ਕਾਨੂੰਨ ਦੀ ਸੋਝੀ ਹੋ ਜਾਏ ਔਰ ਇਹ ਪਤਾ ਲੱਗ ਜਾਏ ਕਿ ਮਨੁੱਖ ਦੀ ਜੋ ਪਰਖ ਹੋਣੀ ਹੈ, ਜਦੋਂ ਇਸ ਜੀਵਨ ਦੀ, ਸਾਡੇ ਕਰਮਾਂ ਦੀ ਪਰਖ ਹੋਣੀ ਹੈ, ਜੋ ਅਸੀਂ ਜੀਵਨ ਜੀ ਰਹੇ ਹਾਂ, ਜੋ ਅਸੀਂ ਕਰਮ ਕਰ ਰਹੇ ਹਾਂ, ਉਹਨਾਂ ਦੀ ਪਰਖ ਹੋਣੀ ਹੈ, ਤਾਂ ਉਹਦਾ ਆਧਾਰ ਕੇਵਲ ਸਾਡੇ ਕਰਮ ਹੀ ਹਨ, ਕੋਈ ਹੋਰ ਆਧਾਰ ਨਹੀਂ ਹੈ। ਅਨੇਕਾਂ ਹੋਰ ਚੀਜ਼ਾਂ ਨੂੰ ਇਨਸਾਨ ਵੇਟੇਜ ਦਿੰਦਾ ਹੈ, ਦੁਨਿਆਵੀ ਸਟੇਟਸ ਨੂੰ, ਕੀਤੇ ਜਾ ਰਹੇ ਧਰਮ ਕਰਮਾਂ ਨੂੰ, ਆਪਣੀ ਜ਼ਾਤ ਨੂੰ, ਬਰਾਦਰੀ ਨੂੰ, ਸਮਾਜ ਦੇ ਵਿੱਚ ਕਿੰਨੀ ਕੁ ਇੱਜ਼ਤ ਹੈ, ਮੈਨੂੰ ਕਿੰਨਾ ਕੁ ਚੰਗਾ ਕਿਹਾ ਜਾਂਦਾ ਹੈ, ਇਤਿਆਦਿਕ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਵੇਟੇਜ ਦਿੰਦੇ ਹਾਂ ਔਰ ਜ਼ਿੰਦਗੀ ਦਾ ਬਹੁਤ ਸਾਰਾ ਹਿੱਸਾ ਉਹਨਾਂ ਦੇ ਉੱਤੇ ਲਗਾ ਵੀ ਦਿੰਦੇ ਹਾਂ ਕਿ ਸਾਡੀ ਸਮਾਜ ਦੇ ਵਿੱਚ ਇੱਜ਼ਤ ਬਣੀ ਹੋਵੇ। ਪਰ ਸਤਿਗੁਰੂ ਕਹਿੰਦੇ ਹਨ ਕਿ ਸਾਡੀ ਜਿਹੜੀ ਅਸਲੀ ਪਰਖ ਵਾਲੀ ਥਾਂ ਹੈ, ਉੱਥੇ ਕਸਵੱਟੀ ਕੇਵਲ ਤੇ ਕੇਵਲ ਸਾਡੇ ਕਰਮ ਹੀ ਹਨ ਔਰ ਇਹਨਾਂ ਕਰਮਾਂ ਦੀ ਪਰਖ ਵੀ ਕਿਸੇ ਹੋਰ ਦੁਨਿਆਵੀ ਨਿਯਮਾਂ ਦੇ ਅਧੀਨ ਨਹੀਂ ਹੋਣੀ। ਇਹ ਅਕਾਲ ਪੁਰਖ ਵੱਲੋਂ ਬਣਾਏ ਗਏ ਧਰਮ ਦੀ ਕਸਵੱਟੀ ਉੱਤੇ ਇਹ ਜਾਂਚੇ ਜਾਣੇ ਹਨ। ਔਰ ਧਰਮ ਦਾ ਨਿਯਮ ਕੀ ਹੈ
ਉਹ ਹੁਕਮ ਤੇ ਆਧਾਰਿਤ ਹੈ, ਰਜ਼ਾ ਤੇ ਆਧਾਰਿਤ ਹੈ, ਕਿਉਂਕਿ ਅਕਾਲ ਪੁਰਖ ਦਾ ਹੁਕਮ ਸੁਪਰੀਮ ਹੈ। ਇਹ ਗੁਰਬਾਣੀ ਸਾਨੂੰ ਬਾਰ-ਬਾਰ ਕਹਿੰਦੀ ਹੈ। ਤੋ ਜੋ ਕਰਮ ਅਸੀਂ ਹੁਕਮ ਦੇ ਵਿੱਚ ਰਹਿ ਕੇ ਕਰਦੇ ਹਾਂ, ਹੁਕਮ ਦੇ ਵਿੱਚ ਰਹਿ ਕੇ ਕਰਨ ਦੇ ਨਾਲ ਜਿਹੜੇ ਕਰਮ ਹਨ, ਉਹੀ ਇਸ ਕਸਵੱਟੀ ਦੇ ਉੱਤੇ ਪੂਰੇ ਉਤਰ ਸਕਦੇ ਹਨ। ਜੀਵਨ ਦੀ ਪਰਖ ਕੇਵਲ ਹੁਕਮ ਚੱਲਣ ਦੀ ਕਸਵੱਟੀ ਤੇ ਹੀ ਹੋਣੀ ਹੈ, ਇਸ ਤੋਂ ਇਲਾਵਾ ਹੋਰ ਕੋਈ ਨਹੀਂ। ਕਿਉਂਕਿ ਉਸ ਹੁਕਮ ਨੂੰ ਸਮਝ ਕੇ, ਹੁਕਮ ਦੀ ਸੋਝੀ ਪ੍ਰਾਪਤ ਕਰਕੇ ਜੋ ਅਸੀਂ ਕਰਮ ਕਰਾਂਗੇ, ਉਹ ਨਿਸ਼ਚੇ ਹੀ ਅਕਾਲ ਪੁਰਖ ਦੀ ਕਸਵੱਟੀ ਤੇ ਪੂਰੇ ਉਤਰਨਗੇ। ਕਿਉਂਕਿ ਅਕਾਲ ਪੁਰਖ ਨੇ ਇਸ ਜਗਤ ਦੀ ਰਚਨਾ ਕੀਤੀ ਹੈ, ਹੁਕਮ ਦੇ ਵਿੱਚ ਕੀਤੀ ਹੈ, ਹੁਕਮ ਵਿੱਚ ਹੀ ਜਗਤ ਚੱਲ ਰਿਹਾ ਹੈ, ਤੇ ਉਸ ਹੁਕਮ ਦੇ ਮੁਤਾਬਕ ਹੀ ਅਸੀਂ, ਉਸ ਅਕਾਲ ਪੁਰਖ ਦੀ ਰਜ਼ਾ ਦੇ ਮੁਤਾਬਕ ਹੀ ਜੋ ਅਸੀਂ ਕਰਮ ਕਰਾਂਗੇ, ਉਹੀ ਅਕਾਲ ਪੁਰਖ ਦੀ ਕਸਵੱਟੀ ਤੇ ਪੂਰੇ ਉਤਰ ਸਕਦੇ ਹਨ। ਉਸ ਹੁਕਮ ਤੋਂ ਉਲਟ ਜਾ ਕੇ ਕੀਤੇ ਕਰਮ ਪੂਰੇ ਨਹੀਂ ਉਤਰ ਸਕਦੇ। ਤਾਂ ਫਿਰ ਸਤਿਗੁਰਾਂ ਨੇ ਸਾਨੂੰ ਸੋਝੀ ਦਿੱਤੀ ਸੀ ਕਿ ਉਸ ਹੁਕਮ ਦੀ ਸਾਨੂੰ ਸੋਝੀ ਕਿਸ ਤਰ੍ਹਾਂ ਪ੍ਰਾਪਤ ਹੋਵੇ, ਕਿਉਂਕਿ ਉੱਥੇ ਤਾਂ ਉਸ ਦੀ ਨਦਰ ਦਾ, ਉਹਦੀ ਕਿਰਪਾ ਦਾ ਪਾਤਰ ਬਣਨਾ ਪੈਣਾ ਹੈ। ਉੱਥੇ ਹੀ ਸਾਡੀ ਪਰਖ ਹੋਣੀ ਹੈ, ਤਾਂ ਉਹਦੀ ਨਦਰ, ਉਹਦੀ ਕਿਰਪਾ, ਉਹਦੀ ਕਸਵੱਟੀ ਤੇ ਪੂਰੇ ਉਤਰਨ ਦਾ ਜੋ ਹੈ, ਉਹਦੇ ਵਾਸਤੇ ਸਾਨੂੰ ਉਹਦੇ ਹੁਕਮ ਦੀ ਸੋਝੀ ਹੋਣੀ ਜ਼ਰੂਰੀ ਹੈ। ਤੋ ਸੋਝੀ ਦਾ ਸਤਿਗੁਰਾਂ ਨੇ ਸਾਨੂੰ ਸ਼ੁਰੂ ਤੋਂ ਰਸਤਾ ਦੱਸਿਆ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਿ ਉਸ ਅਕਾਲ ਪੁਰਖ ਦੇ ਗੁਣਾਂ ਦੀ ਵਿਚਾਰ ਕਰੀਏ, ਉਹਦੀਆਂ ਵਡਿਆਈਆਂ ਦੀ ਵਿਚਾਰ ਕਰੀਏ, ਉਹਦੇ ਗੁਣਾਂ ਨੂੰ ਨਾਮ ਸਿਮਰਨ ਦੇ ਰਾਹੀਂ ਆਪਣੇ ਜੀਵਨ ਦੇ ਅੰਦਰ ਅਪਣਾਉਣ ਦਾ, ਹਿੱਸਾ ਬਣਾਉਣ ਦਾ ਯਤਨ ਕਰੀਏ। ਜਦੋਂ ਅਸੀਂ ਅਕਾਲ ਪੁਰਖ ਦੇ ਗੁਣਾਂ ਨੂੰ ਧਾਰਨ ਕਰਨਾ ਸ਼ੁਰੂ ਕਰਾਂਗੇ, ਤੇ ਸਾਨੂੰ ਅਕਾਲ ਪੁਰਖ ਦੇ ਹੁਕਮ ਦੀ ਸੋਝੀ ਆਪਣੇ ਆਪ ਹੋ ਜਾਵੇਗੀ। ਕਿਉਂਕਿ ਉਹ ਅਕਾਲ ਪੁਰਖ ਦਾ ਹੁਕਮ ਹੈ। ਅਕਾਲ ਪੁਰਖ ਦੇ ਗੁਣਾਂ ਨਾਲ ਅਸੀਂ ਜੁੜ ਗਏ, ਤਾਂ ਅਕਾਲ ਪੁਰਖ ਦੇ ਹੁਕਮ ਦੀ ਸੋਝੀ ਵੀ ਕੁਦਰਤੀ ਤੌਰ ਤੇ ਹੋਣੀ ਜ਼ਰੂਰੀ ਹੈ। ਤੋ ਇਹੀ ਢੰਗ ਹੈ ਜਿਸ ਢੰਗ ਦੇ ਨਾਲ ਅਸੀਂ ਆਪਣਾ ਜੀਵਨ ਮਨੋਰਥ ਪ੍ਰਾਪਤ ਕਰਕੇ ਪ੍ਰਵਾਨ ਚੜ੍ਹ ਸਕਦੇ ਹਾਂ। ਭਾਵ ਕਿ ਜੋ ਧਰਮ ਖੰਡ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਸਮਝਾਇਆ ਸੀ ਕਿ ਉੱਥੇ ਪ੍ਰਵਾਨ ਹੋਣ ਦਾ ਕੰਮ ਕੀ ਹੈ, ਕੀ ਤਰੀਕਾ ਹੈ, ਕਿ ਅਕਾਲ ਪੁਰਖ ਵੱਲੋਂ ਬਣਾਈ ਧਰਮਸਾਲ ਦੇ ਵਿੱਚ ਰਹਿ ਕੇ ਧਰਮ ਕਮਾਇਆ ਜਾਵੇ। ਤੋ ਜਿਉਂ-ਜਿਉਂ ਅਸੀਂ ਇਸ ਧਰਮ ਦੇ ਮਾਰਗ ਉੱਤੇ ਤੁਰਾਂਗੇ, ਆਪਣੇ ਜੀਵਨ ਮਨੋਰਥ ਨੂੰ ਪ੍ਰਾਪਤ ਕਰਨ ਲਈ ਹੁਕਮ ਦੀ, ਰਜ਼ਾ ਦੀ ਸੋਝੀ ਸਾਨੂੰ ਮਿਲਣੀ ਸ਼ੁਰੂ ਹੁੰਦੀ ਹੈ ਧਰਮ ਤੇ ਚੱਲਣ ਕਰਕੇ, ਉਸ ਦੇ ਨਾਲ ਅਕਾਲ ਪੁਰਖ ਨਾਲ ਜੁੜਨ ਕਰਕੇ। ਤਾਂ ਫਿਰ ਸਾਡਾ ਜੀਵਨ ਦੇ ਪ੍ਰਤੀ ਨਜ਼ਰੀਆ ਵੀ ਜਿਹੜਾ ਹੈ ਉਹ ਬਦਲਦਾ ਜਾਂਦਾ ਹੈ, ਫਿਰ ਸਾਡਾ ਜੀਣ ਦਾ ਢੰਗ ਵੀ ਬਦਲਦਾ ਜਾਂਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਆਮ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ ਕਿ ਆਪਾਂ ਕਹਿ ਲਈਏ ਇੱਕ ਵਿਦਿਆਰਥੀ ਹੈ, ਜਦੋਂ ਉਹਦੇ ਮਨ ਨੂੰ ਇਹ ਗੱਲ ਲੱਗ ਜਾਂਦੀ ਹੈ ਕਿ ਮੈਂ ਇਹ ਆਪਣਾ ਟੀਚਾ ਪ੍ਰਾਪਤ ਕਰਨਾ, ਮੈਂ ਡਾਕਟਰ, ਇੰਜੀਨੀਅਰ ਜਾਂ ਜੋ ਵੀ ਉਹਦਾ ਟੀਚਾ ਹੈ ਉੱਥੇ ਤੱਕ ਪਹੁੰਚਣਾ ਹੈ, ਜਦੋਂ ਉਹਨੂੰ ਇਹ ਸੋਝੀ ਪੈ ਜਾਂਦੀ ਹੈ, ਉਹਦੇ ਮਨ ਨੂੰ ਇਹ ਗੱਲ ਲੱਗ ਜਾਂਦੀ ਹੈ, ਤਾਂ ਉਹਦਾ ਕਾਲਜ ਦੇ ਵਿਚਲਾ ਜਿਹੜਾ ਵਿਦਿਅਕ ਜੀਵਨ ਹੈ ਉਹ ਬਦਲ ਜਾਂਦਾ ਹੈ, ਉਹਦਾ ਨਜ਼ਰੀਆ ਬਦਲ ਜਾਂਦਾ ਹੈ। ਫਿਰ ਉਹਦੇ ਜੀਵਨ ਦੇ ਵਿੱਚ ਬਿਲਕੁਲ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹ ਕੰਮ ਜਿਨ੍ਹਾਂ ਵਿੱਚ ਉਹਨੂੰ ਪਹਿਲਾਂ ਆਨੰਦ ਆਉਂਦਾ ਸੀ, ਹੁਣ ਉਹਨੂੰ ਬੇਕਾਰ ਲੱਗਣੇ ਸ਼ੁਰੂ ਹੋ ਜਾਂਦਾ। ਜਿਨ੍ਹਾਂ 'ਚ ਇੰਟਰਸਟ ਨਹੀਂ ਸੀ ਹੁੰਦਾ, ਹੁਣ ਲੱਗਦਾ ਸੀ ਕਿ ਜੀਵਨ ਤਾਂ ਹੈ ਹੀ ਇਹ। ਤੋ ਇਹ ਅਵਸਥਾ ਜਦੋਂ ਅਸੀਂ ਆਪਣੇ ਜੀਵਨ ਦੇ ਧਰਮ ਨੂੰ, ਭਾਵ ਆਪਣੇ ਜੀਵਨ ਮਨੋਰਥ ਨੂੰ ਪਹਿਚਾਨ ਕੇ ਉਹਨੂੰ ਪ੍ਰਾਪਤ ਕਰਨ ਦੇ ਵਾਸਤੇ ਉਦਮ ਸ਼ੁਰੂ ਕਰ ਦਿੰਦੇ ਹਾਂ, ਅਸੀਂ ਉਹਨੂੰ ਸਮਝ ਆ ਜਾਂਦੀ ਹੈ ਸਾਨੂੰ ਕਿ ਮੇਰੇ ਜੀਵਨ ਦਾ ਉਦਮ ਕੀ ਹੈ, ਮੰਤਵ ਕੀ ਹੈ, ਮੈਂ ਪ੍ਰਵਾਨ ਕਿਵੇਂ ਹੋਣਾ ਹੈ, ਮੈਂ ਕਿਸ ਤਰੀਕੇ ਨਾਲ ਇਹਦੇ ਵਿੱਚ ਸਫਲ ਹੋਣਾ ਹੈ। ਤਾਂ ਇਹਦੇ ਨਾਲ ਧਰਮ ਕਮਾਉਣ ਦੇ ਨਾਲ, ਜੀਵਨ ਦਾ ਧਰਮ ਕਮਾਉਣ ਦੇ ਨਾਲ ਹੀ ਇਹ ਸੋਝੀ ਆਪਣੇ ਆਪ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਮੈਂ ਜੀਵਨ ਦੇ ਵਿੱਚੋਂ ਕੀ ਪ੍ਰਾਪਤ ਕਰਨਾ ਹੈ। ਇਸੇ ਸੋਝੀ ਪ੍ਰਾਪਤ ਜੀਵਨ, ਜਿਹੜਾ ਕਿ ਜੀਵਨ ਮਨੋਰਥ ਦੀ ਸੋਝੀ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ, ਉਹਦੇ ਵਿੱਚੋਂ ਪੈਦਾ ਹੁੰਦਾ ਹੈ, ਉਹਨੂੰ ਸਤਿਗੁਰਾਂ ਨੇ ਗਿਆਨ ਖੰਡ ਦਾ ਨਾਮ ਦਿੱਤਾ ਹੈ। ਤੋ ਜਿੱਥੇ ਅਸੀਂ ਆਮ ਜੀਵਨ ਦੇ ਵਿੱਚ ਪਹਿਲਾਂ ਸਿਰਫ ਆਪਣੇ ਨਿੱਜੀ ਸਵਾਰਥ, ਪਰਿਵਾਰ ਜਾਂ ਸੰਬੰਧੀਆਂ ਤੱਕ ਸੀਮਿਤ ਹੁੰਦੇ ਹਾਂ, ਹੁਣ ਧਰਮ ਦੀ ਸੋਝੀ ਜਿਹੜੀ ਹੈ ਉਹ ਸਾਨੂੰ ਇਹਨਾਂ ਬੰਧਨਾਂ ਤੋਂ ਮੁਕਤ ਕਰ ਦਿੰਦੀ ਹੈ ਤੇ ਸਾਡੀ ਨਜ਼ਰ ਵਿਸ਼ਾਲ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਨੂੰ ਹੀ, ਇਸੇ ਕਿਰਿਆ ਨੂੰ ਹੀ, ਜਦੋਂ ਸਾਡੇ ਬੌਂਡਸ ਜਿਹੜੇ ਨੇ ਆਪਣੀ ਛੋਟੀ ਸਵਾਰਥ ਦੀ ਜ਼ਿੰਦਗੀ ਨਾਲੋਂ ਟੁੱਟ ਕੇ
ਅਸੀਂ ਆਲੇ ਦੁਆਲੇ ਦੇਖਣਾ ਸ਼ੁਰੂ ਕਰਦੇ ਹਾਂ, ਨਜ਼ਰ ਮਾਰਨੀ ਸ਼ੁਰੂ ਕਰਦੇ ਹਾਂ ਕਿ ਜਗਤ ਕੀ ਹੈ, ਜਗਤ ਵਿੱਚ ਕੀ ਵਾਪਰ ਰਿਹਾ ਹੈ। ਤਾਂ ਇਸ ਨੂੰ ਵਿਦਵਾਨਾਂ ਨੇ ਨਾਮ ਦਿੱਤਾ ਕਿ ਮਨੁੱਖ ਦੀ ਸਵਾਰਥ ਦੀ ਗੰਢ ਖੁੱਲਣੀ ਸ਼ੁਰੂ ਹੋ ਗਈ। ਹੁਣ ਅਕਾਲ ਪੁਰਖ ਦੀ ਜੋ ਰਚਨਾ ਹੈ, ਕੁਦਰਤ ਹੈ, ਇਹਦੇ ਵਿੱਚ ਅਨੇਕ ਸ਼ਕਤੀਆਂ, ਤਾਕਤਾਂ ਸਤਿਗੁਰਾਂ ਨੇ ਇੱਥੇ ਜ਼ਿਕਰ ਕੀਤਾ ਹੈ। ਇਸ ਪੌੜੀ ਦੇ ਵਿੱਚ ਪਵਨ, ਪਾਣੀ, ਵੈਸੰਤਰ, ਫਿਰ ਬ੍ਰਹਮਿਆਂ ਦੀ ਗੱਲ ਕੀਤੀ ਹੈ, ਅਨੇਕਾਂ ਕਾਹਨਾਂ, ਮਹੇਸ਼ ਤੇ ਦੇਵੀਆਂ ਆਦਿਕ ਦੀ ਗੱਲ ਕੀਤੀ ਹੈ। ਇਹਨਾਂ ਦੀ ਸੋਝੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਇਸ ਵਿਸ਼ਾਲ ਖੇਡ ਦੇ ਵਿੱਚੋਂ ਜਦੋਂ ਅਸੀਂ ਇੱਧਰ ਨਜ਼ਰ ਮਾਰਨੀ ਸ਼ੁਰੂ ਕਰਦੇ ਹਾਂ ਕਿ ਅਕਾਲ ਪੁਰਖ ਦਾ ਹੁਕਮ ਕਿਸ ਤਰ੍ਹਾਂ ਵਰਤ ਰਿਹਾ ਹੈ, ਕਿਹਨਾਂ ਤਾਕਤਾਂ ਦੇ ਰਾਹੀਂ ਵਰਤ ਰਿਹਾ ਹੈ। ਭਾਵੇਂ ਉਹਨਾਂ ਨੂੰ ਨਾਮ ਦੇਵੀ ਦੇਵਤਿਆਂ ਵਾਲੇ ਦੇ ਕੇ ਉਹਨਾਂ ਦੀ ਪੂਜਾ ਹੋਣੀ ਸ਼ੁਰੂ ਹੋ ਗਈ, ਪਰ ਅਸੀਂ ਉੱਧਰ ਹੀ ਧਿਆਨ ਰੱਖੀਏ ਕਿ ਅਸਲ ਵਿੱਚ ਤਾਂ ਅਕਾਲ ਪੁਰਖ ਦੀਆਂ ਸ਼ਕਤੀਆਂ ਹੀ ਹਨ। ਚਾਹੇ ਉਹ ਇਹ 5 ਐਲੀਮੈਂਟਸ ਹਨ, ਪਵਨ, ਪਾਣੀ, ਵਸੰਤਰ, ਜਾਂ ਜਿਹੜੇ ਅਵਤਾਰ ਪੁਰਸ਼ਾਂ ਨੂੰ ਜਾਂ ਦੇਵੀ ਦੇਵਤਿਆਂ ਆਦਿਕ ਨੂੰ ਮੰਨ ਲਿਆ, ਬਰਮਿਆਂ ਨੂੰ ਮੰਨ ਲਿਆ, ਦੇਵੀਆਂ ਨੂੰ ਮੰਨ ਲਿਆ, ਤਾਂ ਇਹ ਅਸਲ ਦੇ ਵਿੱਚ ਤਾਂ ਅਕਾਲ ਪੁਰਖ ਦੀਆਂ ਸ਼ਕਤੀਆਂ ਹੀ ਹਨ। ਉਸ ਅਕਾਲ ਪੁਰਖ ਦੇ ਹੁਕਮ ਦੇ ਟੂਲਸ ਹੀ ਹਨ, ਹੋਰ ਕੁਝ ਵੀ ਨਹੀਂ ਹੈ। ਤਾਂ ਫਿਰ ਇਹਨਾਂ ਦੀ ਸੋਝੀ ਪ੍ਰਾਪਤ ਹੋਣੀ ਸ਼ੁਰੂ ਹੋ ਗਈ। ਤੇ ਜਦੋਂ ਬੰਦਾ ਇਹਨਾਂ ਨੂੰ ਇੱਕ ਨਵੇਂ ਨਜ਼ਰੀਏ ਨਾਲ ਦੇਖਦਾ ਹੈ ਤਾਂ ਫਿਰ ਬੰਦਾ ਹੈਰਾਨ ਹੁੰਦਾ ਹੈ ਕਿ ਅਕਾਲ ਪੁਰਖ ਦੀ ਸਮਰੱਥਾ, ਅਕਾਲ ਪੁਰਖ ਇਸ ਜਗਤ ਨੂੰ, ਇਸ ਸ੍ਰਿਸ਼ਟੀ ਨੂੰ ਕਿਵੇਂ ਰਚਨਾ ਕਰਕੇ ਚਲਾ ਰਿਹਾ ਹੈ। ਤਾਂ ਫਿਰ ਇਹਦੇ ਵਿੱਚੋਂ ਐਸਾ ਵਿਅਕਤੀ ਜਿਹਨੂੰ ਇਹ ਸੋਝੀ ਪ੍ਰਾਪਤ ਹੋਣੀ ਸ਼ੁਰੂ ਹੁੰਦੀ ਹੈ, ਉਹ ਆਨੰਦ ਤੇ ਵਿਸਮਾਦ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਕਿ ਬਈ ਇਹ ਕਮਾਲ ਹੈ, ਅਕਾਲ ਪੁਰਖ ਨੇ ਇੱਕ ਐਸਾ ਸਿਸਟਮ ਬਣਾਇਆ ਹੈ, ਕਿੰਨਾ ਵੱਡਾ ਹੈ ਉਹ ਅਕਾਲ ਪੁਰਖ, ਕਿੰਨੀਆਂ ਉਹਦੀਆਂ ਅਪਾਰ ਸ਼ਕਤੀਆਂ ਹਨ, ਜਿਹੜਾ ਉਹ ਸਾਰੇ ਜਗਤ ਦਾ ਸਿਸਟਮ ਚਲਾ ਰਿਹਾ ਹੈ। ਤੋ ਜਿਉਂ-ਜਿਉਂ ਮਨੁੱਖ ਨੂੰ ਧਰਮ ਦੀ ਸੋਝੀ ਹੁੰਦੀ ਹੈ, ਮਨ ਉਸ ਅਕਾਲ ਪੁਰਖ ਨਾਲ ਸਿਮਰਨ ਦੇ ਵਿੱਚ ਜੁੜਦਾ ਹੈ, ਔਰ ਅਸੀਂ ਆਪਣੇ ਕੌਤਕਾਂ ਨੂੰ ਇਕਾਗਰਤਾ ਦੀ ਨਜ਼ਰ ਨਾਲ ਦੇਖਦੇ ਹਾਂ। ਕਿਉਂਕਿ ਜਦੋਂ ਅਸੀਂ ਅਕਾਲ ਪੁਰਖ ਦੇ ਨਾਲ ਜੁੜਦੇ ਹਾਂ, ਉਹਦੀਆਂ ਵਡਿਆਈਆਂ ਨਾਲ, ਉਹਦੇ ਨਾਮ ਨਾਲ, ਉਹਦੇ ਸਿਮਰਨ ਨਾਲ ਜੁੜਦੇ ਹਾਂ, ਤਾਂ ਸਾਡੇ ਮਨ ਦੇ ਵਿੱਚ ਉਹ ਚੀਜ਼ ਜਿਹੜੀ ਮਿਸਿੰਗ ਹੁੰਦੀ ਹੈ, ਉਹ ਇਕਾਗਰਤਾ ਦਾ ਜੋ ਸਾਨੂੰ ਜਾਚ ਆਉਂਦੀ ਹੈ, ਸਾਡੇ ਮਨ ਦੇ ਵਿੱਚ ਇਕਾਗਰਤਾ ਹੁੰਦੀ ਹੈ। ਤੇ ਜਦੋਂ ਬੰਦਾ ਇਕਾਗਰ ਹੋ ਕੇ ਕਿਸੇ ਵੀ ਚੀਜ਼ ਵੱਲ ਨਜ਼ਰ ਵੇਖਦਾ ਹੈ ਤਾਂ ਉਹਨੂੰ ਉਹ ਚੀਜ਼ ਨਜ਼ਰ ਨਹੀਂ ਆਉਂਦੀ ਜੋ ਪਹਿਲਾਂ ਨਜ਼ਰ ਆਉਂਦੀ ਸੀ, ਉਹਨੂੰ ਇੱਕ ਨਵੇਂ ਨਜ਼ਰੀਏ ਦੇ ਨਾਲ ਦੇਖਦਾ ਹੈ। ਇਕਾਗਰ ਚਿੱਤ ਹੋਣ ਦੇ ਬਾਅਦ ਇਨਸਾਨ ਦਾ ਨਜ਼ਰੀਆ ਚੇਂਜ ਹੋ ਜਾਂਦਾ ਹੈ, ਫਿਰ ਨਜ਼ਰੀਆ ਵਿਸ਼ਾਲ ਵੀ ਹੋ ਜਾਂਦਾ ਹੈ ਤੇ ਡੂੰਘਾ ਵੀ ਹੋ ਜਾਂਦਾ ਹੈ। ਤੋ ਸਤਿਗੁਰੂ ਕਹਿੰਦੇ ਹਨ ਕਿ ਇਹੀ ਜੋ ਹੈ ਉਹ ਬਿਲਕੁਲ ਉਹਦੀ ਪ੍ਰਚੰਡ ਰੂਪ ਹੈ ਗਿਆਨ ਦਾ, ਜਿਹਦਾ ਹੁਣੇ ਆਪਾਂ ਵਿਚਾਰ ਕੀਤੀ ਹੈ 36ਵੀਂ ਪੌੜੀ ਦੀਆਂ ਪਹਿਲੀਆਂ 2 ਪੰਕਤੀਆਂ ਦੇ ਵਿੱਚ ਸਤਿਗੁਰਾਂ ਨੇ ਦੱਸਿਆ। ਹੁਣ ਇਹ ਗਿਆਨ ਜਿਹੜਾ ਪ੍ਰਾਪਤ ਹੋਣਾ ਸ਼ੁਰੂ ਹੁੰਦਾ ਹੈ ਮਨੁੱਖ ਨੂੰ, ਇਹ ਜਿੱਥੇ ਮਨੁੱਖ ਨੂੰ ਜਾਗਰਿਤ ਕਰਦਾ ਹੈ, ਉੱਥੇ ਇਹ ਜਗਿਆਸੂ ਨੂੰ ਆਨੰਦ ਤੇ ਵਿਸਮਾਦ ਦੀ ਅਵਸਥਾ ਵਿੱਚ ਵੀ ਲੈ ਜਾਂਦਾ ਹੈ। ਇਹ ਸਤਿਗੁਰਾਂ ਨੇ ਇੱਕ ਨਿਸ਼ਾਨੀ ਦੱਸੀ ਹੈ ਗਿਆਨ ਦੀ, ਕਿ ਗਿਆਨ ਪ੍ਰਚੰਡ ਰੂਪ ਦੇ ਵਿੱਚ ਮਿਲਦਾ ਹੈ, ਔਰ ਇਹ ਗਿਆਨ ਪ੍ਰਚੰਡ ਰੂਪ ਦੇ ਵਿੱਚ ਮਿਲ ਕੇ ਜਿਹੜਾ ਜਗਿਆਸੂ ਹੈ, ਭਗਤ ਹੈ ਜਾਂ ਮਨੁੱਖ ਹੈ, ਉਹਦੇ ਅੰਦਰ ਆਨੰਦ ਪੈਦਾ ਕਰਦਾ ਹੈ। ਕਿਉਂਕਿ ਉਹਨੂੰ ਅਕਾਲ ਪੁਰਖ ਦੀ ਬੇਅੰਤਤਾ, ਇਸ ਜਗਤ ਦੀ ਬੇਅੰਤਤਾ ਦੇ ਵਿੱਚੋਂ ਨਜ਼ਰ ਆਉਂਦੀ ਹੈ। ਜਿਵੇਂ ਹੁਣੇ ਹੀ ਆਪਾਂ ਜ਼ਿਕਰ ਕੀਤਾ ਹੈ ਕਿ ਕੇਤੇ ਬਰਮੇ ਘਾੜਤ ਘੜੀ ਹੈ, ਕਿ ਕਿੰਨੇ ਹੀ ਬਰਮੇ ਹਨ ਜਿਨ੍ਹਾਂ ਦੀ ਘਾੜਤ ਹਰ ਰੋਜ਼ ਘੜੀ ਜਾ ਰਹੀ, ਘਾੜਤ ਘੜੀ ਹੈ, ਭਾਵ ਉਹਦੀ ਘਾੜਤ ਘੜੀ ਜਾ ਰਹੀ ਹੈ, ਘੜੀ ਜਾ ਰਹੀ ਹੈ। ਤੋ ਉਹਦੇ ਵਿੱਚ ਸਤਿਗੁਰੂ ਕਹਿੰਦੇ ਹਨ ਕਿ ਜਦੋਂ ਉਹਨਾਂ ਦੀ ਘਾੜਤ ਘੜੀ ਜਾਂਦੀ ਹੈ, ਬ੍ਰਹਮੇ ਉਹ ਹਨ ਜੇ ਬ੍ਰਹਮਾ ਨੂੰ ਗਿਣਿਆ ਜਾਂਦਾ ਹੈ ਕਿ ਇਸ ਜਗਤ ਦੀ ਰਚਨਾ ਕਰਨ ਵਾਲਾ। ਤੇ ਸਤਿਗੁਰੂ ਹੁਣ ਇੱਥੇ ਕੀ ਕਹਿ ਰਹੇ ਹਨ ਕਿ ਬ੍ਰਹਮਿਆਂ ਦੀ ਘਾੜਤ ਉਸ ਅਕਾਲ ਪੁਰਖ ਵੱਲੋਂ ਘੜੀ ਜਾ ਰਹੀ ਹੈ, ਤੇ ਇੱਕ ਬ੍ਰਹਮੇ ਦੀ ਨਹੀਂ, ਕੇਤੇ ਭਾਵ ਅਨੇਕ ਬ੍ਰਹਮਿਆਂ ਦੀ ਘਾੜਤ ਘੜੀ ਜਾ ਰਹੀ ਹੈ। ਤੇ ਘਾੜਤ ਘੜੀਆਂ ਦਾ ਅਰਥ ਹੈ ਕਿ ਘੜੀ ਜਾ ਰਹੀ ਹੈ, ਭਾਵ ਅੱਜ ਵੀ ਘੜੀ ਜਾ ਰਹੀ ਹੈ, ਅਨੇਕਾਂ ਬ੍ਰਹਮੇ ਜਨਮ ਲੈ ਰਹੇ ਹਨ। ਭਾਵ ਅਕਾਲ ਪੁਰਖ ਦੀਆਂ ਜਿਹੜੀਆਂ ਸਿਰਜਣਾ ਕਰਨ ਵਾਲੀਆਂ ਸ਼ਕਤੀਆਂ ਹਨ, ਉਹ ਅੱਜ ਵੀ ਪੈਦਾ ਹੋ ਰਹੀਆਂ ਹਨ। ਅਕਾਲ ਪੁਰਖ ਦੇ ਨਿਯਮ ਹੁਕਮ ਦੇ ਵਿੱਚ ਉਹ ਅੱਜ ਵੀ ਪੈਦਾ ਹੋ ਰਹੀਆਂ ਹਨ। ਤੋ ਕੁਦਰਤ ਜੋ ਹੈ ਉਹ ਪੂਰੀ ਹੁਕਮ ਦੇ ਵਿੱਚ ਚੱਲ ਰਹੀ ਹੈ। ਉਹਨੂੰ ਘੜਨ ਵਾਲੀਆਂ ਸ਼ਕਤੀਆਂ, ਉਹਨੂੰ ਚਲਾਉਣ ਵਾਲੀਆਂ ਸ਼ਕਤੀਆਂ, ਉਹਦਾ ਨਾਸ਼ ਕਰਨ ਵਾਲੀਆਂ ਸ਼ਕਤੀਆਂ, ਸਭ ਉਹਦੇ ਹੁਕਮ ਦੇ ਵਿੱਚ ਹੀ ਤਾਂ ਚੱਲ ਰਹੀਆਂ ਹਨ।
ਇਹ ਸਾਰਾ ਸਿਲਸਿਲਾ ਜਿਹੜਾ ਹੈ ਉਹ ਉਹਦੇ ਹੁਕਮ ਵਿੱਚ ਚੱਲ ਰਿਹਾ ਹੈ। ਤਾਂ ਜਦੋਂ ਗਿਆਨ ਖੰਡ ਦੀ ਅਵਸਥਾ ਵਿੱਚ ਅਸੀਂ ਜਗਤ ਵਿੱਚ ਚੱਲ ਰਹੇ ਕੌਤਕਾਂ ਤੇ ਇਹਨਾਂ ਦੇਵੀ ਗੁਣਾਂ ਦਾ ਧਿਆਨ ਕਰਦੇ ਹਾਂ ਤੇ ਇਹਨਾਂ ਨੂੰ ਅਕਾਲ ਪੁਰਖ ਦੇ ਦੇਵੀ ਗੁਣਾਂ ਦੇ ਨੁਮਾਇੰਦੇ ਮੰਨ ਲੈਂਦੇ ਹਾਂ, ਉਸ ਨਜ਼ਰ ਨਾਲ ਅਸੀਂ ਦੇਖਣਾ ਸ਼ੁਰੂ ਕਰਦੇ ਹਾਂ, ਤਾਂ ਇਹ ਅਵਸਥਾ ਜੋ ਸਤਿਗੁਰੂ ਕਹਿੰਦੇ ਹਨ ਕਿ ਇਹ ਗਿਆਨ ਖੰਡ ਦੀ ਅਵਸਥਾ ਹੈ, ਇਹੀ ਗਿਆਨ ਖੰਡ ਹੈ। ਤਾਂ ਅੱਗੇ ਸਤਿਗੁਰੂ ਕਹਿੰਦੇ ਹਨ ਕਿ ਕੇਤੇ ਇੰਦ ਚੰਦ ਸੂਰ ਕੇਤੇ। ਹੁਣ ਇੱਥੇ ਇੰਦਰ, ਚੰਦ, ਸੂਰਜ ਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁਨ। ਭਾਵ ਅਨੇਕਾਂ ਇੰਦਰ, ਚੰਦ, ਸੂਰਜ, ਸਿੱਧ ਬੁੱਧ, ਨਾਥ, ਦੇਵੀਆਂ, ਦੇਵਤੇ, ਰਾਕਸ਼, ਮੁਨੀ ਤੇ ਰਤਨਾਂ ਦੇ ਸਮੁੰਦਰ ਭਰੇ ਪਏ ਹਨ। ਇਹ ਅਕਾਲ ਪੁਰਖ ਦੀ ਰਚਨਾ ਦੀ ਬੇਅੰਤਤਾ ਸਤਿਗੁਰੂ ਦੱਸ ਰਹੇ। ਇਹ ਹੈ ਤਾਂ ਸਾਰੇ ਅਕਾਲੀ ਸ਼ਕਤੀਆਂ ਜੋ ਹਨ, ਅਕਾਲ ਪੁਰਖ ਦੀਆਂ ਤਾਕਤਾਂ ਹਨ, ਉਹਨਾਂ ਦੇ ਰੂਪ ਹਨ ਜਿਨ੍ਹਾਂ ਨੂੰ ਲੋਕਾਂ ਨੇ ਦੇਵਤਿਆਂ ਦਾ ਨਾਮ ਦੇ ਕੇ ਪੂਜਣਾ ਸ਼ੁਰੂ ਕਰ ਦਿੱਤਾ। ਹੈ ਤਾਂ ਇਹ ਅਕਾਲ ਦੀਆਂ ਸ਼ਕਤੀਆਂ ਹੀ ਹਨ। ਤਾਂ ਇਹਦੇ ਕਈ ਰੂਪਾਂ ਦੀ ਗੱਲ ਕਰਕੇ ਸਾਨੂੰ ਦੱਸ ਰਹੇ ਹਨ ਕਿ ਇਹ ਸਾਰਾ ਕੁਝ ਉਸ ਅਕਾਲ ਪੁਰਖ ਦੀਆਂ ਸ਼ਕਤੀਆਂ ਦੇ ਰੂਪ ਦੇ ਵਿੱਚ ਵਿਅਕਤੀ ਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਤੇ ਅਕਾਲ ਪੁਰਖ ਦੇ ਇਹਨਾਂ ਗੁਣਾਂ ਦੇ ਨਾਲ ਜੁੜਨ ਦਾ ਹੋਰ ਰਸਤਾ ਖੁੱਲ ਜਾਂਦਾ ਹੈ ਜਦੋਂ ਇਨਸਾਨ ਦਾ ਨਜ਼ਰੀਆ ਚੇਂਜ ਹੁੰਦਾ ਹੈ, ਉਹ ਗਿਆਨ ਦੀ ਅਵਸਥਾ ਦੇ ਵਿੱਚ ਆਉਂਦਾ ਹੈ। ਫਿਰ ਸਤਿਗੁਰੂ ਇੱਕ ਹੋਰ ਕੁੰਡੀ ਸਾਡੇ ਲਈ ਖੋਲਦੇ ਹਨ ਇਸ ਪੌੜੀ ਦੇ ਵਿੱਚ, ਕਿ ਜਿਵੇਂ ਪਿਛਲੀ ਪੌੜੀ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਕਿਹਾ ਸੀ ਕਿ ਇਹ ਧਰਤੀ ਜੋ ਹੈ ਧਰਮਸ਼ਾਲ ਥਾਪ ਕੇ ਰੱਖੀ ਹੈ ਤਾਂ ਕਿ ਅਸੀਂ ਇਹਦੇ ਉੱਤੇ ਧਰਮ ਕਮਾ ਸਕੀਏ। ਪਰ ਅਸੀਂ ਬੇਅੰਤ ਵਾਹਿਗੁਰੂ ਦੇ ਬਾਰੇ ਇਹ ਨਹੀਂ ਕਹਿ ਸਕਦੇ ਕਿ ਕੇਵਲ ਇਹੀ ਇੱਕ ਧਰਤੀ ਹੈ, ਕੇਵਲ ਇੱਕ ਇਹੀ ਧਰਮ ਕਮਾਉਣ ਦੀ ਥਾਂ ਹੈ ਜਾਂ ਇੱਕ ਇਹੀ ਕਰਮ ਭੂਮੀ ਹੈ। ਸਤਿਗੁਰੂ ਇੱਥੇ ਕਹਿੰਦੇ ਹਨ, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ਼। ਇੱਥੇ ਉਹ ਪਵਿੱਤਰ ਪਰਬਤ ਵੀ ਅਨੇਕਾਂ ਹਨ, ਅਨੇਕਾਂ ਹੀ ਧਰੂ ਵਰਗੇ ਮਹਾਨ ਭਗਤ ਹਨ ਤੇ ਮਹਾਨ ਹੀ ਉਹਨਾਂ ਦੇ ਕਿੰਨੇ ਹੀ ਉਪਦੇਸ਼ ਹਨ। ਪਰ ਨਾਲ ਹੀ ਸਤਿਗੁਰੂ ਕਹਿੰਦੇ ਹਨ, ਕੇਤੀਆਂ ਕਰਮ ਭੂਮੀ, ਭਾਵ ਅਜਿਹੀਆਂ ਕਰਮ ਭੂਮੀਆਂ ਵੀ ਅਕਾਲ ਪੁਰਖ ਨੇ ਕਿੰਨੀਆਂ ਕੁ ਸਾਜੀਆਂ ਹਨ, ਉਹਦਾ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਹੁਣ ਇਹ ਗੱਲ ਇੰਟਲੈਕਚੁਅਲ ਲੈਵਲ ਤੇ ਨਹੀਂ, ਇਹ ਗਿਆਨ ਖੰਡ ਦੇ ਵਿੱਚ ਜੋ ਗਿਆਨ ਪ੍ਰਾਪਤ ਹੁੰਦਾ ਹੈ ਧਰਮ ਤੇ ਚੱਲਣ ਕਰਕੇ, ਉਹ ਗਿਆਨ ਸਾਨੂੰ ਦੱਸਦਾ ਹੈ ਕਿ ਅਨੇਕਾਂ ਕਰਮ ਭੂਮੀਆਂ ਹਨ। ਕਿਉਂਕਿ ਅਸੀਂ ਅਕਾਲ ਪੁਰਖ ਦੀਆਂ ਸ਼ਕਤੀਆਂ ਨੂੰ ਕਿਸੇ ਹੱਦ ਬੰਨੇ ਦੇ ਵਿੱਚ ਬੰਨ੍ਹ ਨਹੀਂ ਸਕਦੇ। ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਧਰਤੀ ਹੀ ਕੇਵਲ ਇੱਕ ਕਰਮ ਭੂਮੀ ਹੈ। ਹਾਂ, ਇਹ ਗੱਲ ਠੀਕ ਹੈ ਕਿ ਸਧਾਰਨ ਰੂਪ ਵਿੱਚ ਅਗਰ ਨਜ਼ਰ ਮਾਰੀਏ ਤਾਂ ਸਾਡੇ ਵਾਸਤੇ ਤਾਂ ਕੇਵਲ ਇੱਕੋ ਇਹੀ ਕਰਮ ਭੂਮੀ ਹੈ, ਇਹੀ ਧਰਮਸ਼ਾਲ ਹੈ ਸਾਡੀ। ਪਰ ਅਸੀਂ ਅਕਾਲ ਪੁਰਖ ਨੂੰ ਕਿਸੇ ਵੀ ਘੇਰੇ ਦੇ ਵਿੱਚ ਨਹੀਂ ਬੰਨ੍ਹ ਸਕਦੇ ਕਿ ਅਕਾਲ ਪੁਰਖ ਨੇ ਕੇਵਲ ਇੱਕੋ ਹੀ ਕਰਮ ਭੂਮੀ ਜਾਂ ਇੱਕੋ ਹੀ ਧਰਮਸ਼ਾਲ ਸਾਜੀ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਅਕਾਲ ਪੁਰਖ ਦੀ ਰਚਨਾ ਦੀ ਬੇਅੰਤਤਾ ਦੇਖੋ ਕਿ ਅਨੇਕਾਂ ਹੀ ਸ਼ਕਤੀਆਂ ਹਨ। ਹਰ ਸ਼ਕਤੀ ਦਾ ਨਾਮ ਲੈ ਕੇ ਸਤਿਗੁਰਾਂ ਨੇ ਅੱਗੇ ਨਾਲ ਕੇਤੇ ਤੇ ਕੇਤੀਆਂ ਲੈ ਕੇ ਉਹਨਾਂ ਨੇ ਸਮਝਾਇਆ ਹੈ ਕਿ ਬਈ ਇਹ ਅਨੇਕਾਂ ਹੀ ਹਨ ਉਸ ਅਕਾਲ ਪੁਰਖ ਦੇ ਜੋ ਸ਼ਕਤੀਆਂ ਹਨ। ਅੱਗੇ ਚੱਲੀਏ ਤਾਂ ਅੱਗੇ ਸਤਿਗੁਰੂ ਕਹਿੰਦੇ ਹਨ, ਕੇਤੀਆਂ ਖਾਣੀ, ਕੇਤੀਆਂ ਬਾਣੀ। ਹੁਣ ਖਾਣੀਆਂ 4 ਗਿਣੀਆਂ ਗਈਆਂ, ਔਰ ਸਤਿਗੁਰਾਂ ਨੇ ਆਪ ਵੀ ਬੜੀ ਵਾਰੀ ਇਹ ਐਕਸਪ੍ਰੈਸ਼ਨ ਵਰਤਿਆ ਹੈ। ਆਪਾਂ ਇਹੋ ਸਮਝ ਲਈਏ ਕਿ ਜੋ ਪ੍ਰਚਲਿਤ ਨੌਲੇਜ ਸੀ ਉਹਨੂੰ ਮੁਹਾਵਰੇ ਦੀ ਤਰ੍ਹਾਂ ਚਾਰੇ ਖਾਣੀਆਂ ਦੀ ਗੱਲ ਸਤਿਗੁਰਾਂ ਨੇ ਬੜੀ ਵਾਰ ਕੀਤੀ ਹੈ। ਇਸੇ ਤਰ੍ਹਾਂ ਹੀ ਚਾਰੇ ਬਾਣੀਆਂ ਦੀ ਗੱਲ ਵੀ ਕੀਤੀ ਹੈ। ਪਰ ਸਤਿਗੁਰੂ ਕਹਿੰਦੇ ਹਨ ਕਿ ਇਹ ਚੀਜ਼ਾਂ ਨੂੰ ਅਸੀਂ ਇਹ 4 ਤੱਕ ਲਿਮਿਟ ਨਹੀਂ ਕਰ ਸਕਦੇ, ਕਿਉਂਕਿ ਅਕਾਲ ਪੁਰਖ ਦਾ ਕੋਈ ਹੱਦ ਬੰਨਾ ਨਹੀਂ ਹੈ। ਤਾਂ ਕੀਤੀਆਂ ਖਾਣੀ, ਪਤਾ ਨਹੀਂ ਉਹਨੇ ਕਿੰਨੀਆਂ ਖਾਣੀਆਂ ਬਣਾਈਆਂ। ਸਾਡਾ ਜੋ ਉਸ ਵੇਲੇ ਦਾ ਗਿਆਨ ਸੀ ਉਹਦੇ ਮੁਤਾਬਕ ਜੀਵਾਂ ਦੇ ਪੈਦਾ ਹੋਣ ਦੇ 4 ਢੰਗ ਸਨ, ਤੇ ਉਹਨਾਂ ਨੇ ਜੋ ਉਸ ਵੇਲੇ ਇਨਸਾਨਾਂ ਨੂੰ ਸਮਝ ਆਏ ਉਹਨਾਂ ਨੇ 4 ਢੰਗ ਕਹਿ ਦਿੱਤੇ। ਪਰ ਅੱਜ ਸਾਇੰਸ ਤਰੱਕੀ ਕਰ ਗਈ ਹੈ ਤਾਂ ਉਹ ਨੌਲੇਜ ਨੂੰ ਅਸੀਂ ਅੱਜ ਕਹਿ ਸਕਦੇ ਹਾਂ ਕਿ ਉਸ ਤੋਂ ਬਹੁਤ ਅੱਗੇ ਲੰਘ ਗਏ ਹਾਂ, ਤੇ ਸ਼ਾਇਦ ਅਸੀਂ ਕਹਿ ਦਈਏ ਕਿ ਉਹ ਗਲਤ ਹੋ ਗਈ ਹੈ। ਤਾਂ ਕਹਿਣ ਤੋਂ ਭਾਵ ਇਹ ਹੈ ਕਿ ਜੋ ਵੀ ਸਾਡੇ ਦੁਨਿਆਵੀ ਗਿਆਨ ਦਾ ਘੇਰਾ ਹੋਵੇ, ਅਸੀਂ ਉਹਦੇ ਮੁਤਾਬਕ ਅਕਾਲ ਪੁਰਖ ਦੀ ਜੋ ਸਮਰੱਥਾ ਹੈ, ਉਹਦਾ ਹੁਕਮ ਹੈ, ਉਹਨੂੰ ਅਸੀਂ ਉਸ ਘੇਰੇ 'ਚ ਨਹੀਂ ਬੰਨ੍ਹ ਸਕਦੇ। ਤਾਂ ਸਤਿਗੁਰੂ ਕਹਿੰਦੇ ਹਨ ਕਿ ਕੀਤੀਆਂ ਖਾਣੀ, ਪਤਾ ਨਹੀਂ ਕਿੰਨੀਆਂ ਖਾਣੀਆਂ ਹਨ ਜਿਹੜੀਆਂ ਅਕਾਲ ਪੁਰਖ ਦੇ ਜੀਵਾਂ ਦੀਆਂ ਹਨ। ਅਕਾਲ ਪੁਰਖ ਦੇ ਜੀਵਾਂ ਦੀਆਂ ਪਤਾ ਨਹੀਂ ਬਾਣੀਆਂ ਕਿੰਨੀਆਂ ਹਨ।
ਪਤਾ ਨਹੀਂ ਕਿੰਨੇ ਪਾਤਸ਼ਾਹ ਤੇ ਰਾਜੇ ਹਨ, ਕੇਤੀਆਂ ਸੁਰਤੀ ਸੇਵਕ ਕੀਤੇ। ਕਹਿਣ ਤੋਂ ਭਾਵ ਇਹ ਹੈ ਕਿ ਅਕਾਲ ਪੁਰਖ ਦੀ ਹਰ ਗੱਲ ਦੇ ਵਿੱਚ ਕੇਤੀਆਂ ਲਗਾ ਕੇ ਸਤਿਗੁਰੂ ਸਾਨੂੰ ਕਹਿ ਰਹੇ ਹਨ ਕਿ ਉਹ ਬੇਅੰਤ ਹੀ ਬੇਅੰਤ ਹੈ, ਬੇਅੰਤ ਹੀ ਬੇਅੰਤ ਹੈ। ਔਰ ਸਤਿਗੁਰੂ ਅਖੀਰ ਤੇ ਇਹ ਗੱਲ ਕਹਿ ਵੀ ਦਿੰਦੇ ਹਨ ਕਿ ਨਾਨਕ ਅੰਤ ਨਾ ਅੰਤ, ਕਿ ਉਹਦਾ ਅੰਤ ਪਾ ਹੀ ਨਹੀਂ ਸਕਦੇ। ਅਸੀਂ ਬਿਲਕੁਲ ਜੋ ਮਰਜ਼ੀ ਸਮਝ ਲਈਏ, ਜਿੰਨਾ ਮਰਜ਼ੀ ਆਪਣੇ ਮਨ ਦੇ ਘੋੜੇ ਦੌੜਾ ਲਈਏ, ਦਿਮਾਗ ਦੌੜਾ ਲਈਏ, ਅਸੀਂ ਉਹਦਾ ਅੰਤ ਨਹੀਂ ਪਾ ਸਕਦੇ। ਤਾਂ ਇਹ ਸਾਰੀ ਪੌੜੀ ਨੂੰ ਸਮਝ ਕੇ, ਪੜ੍ਹ ਕੇ ਅਸੀਂ ਇੱਕ ਗੱਲ ਬੜੀ ਆਸਾਨੀ ਦੇ ਨਾਲ ਸਮਝ ਸਕਦੇ ਹਾਂ ਕਿ ਇਹ ਜੋ ਗਿਆਨ ਖੰਡ ਦਾ ਵਰਣਨ ਸਤਿਗੁਰਾਂ ਨੇ ਕੀਤਾ ਹੈ 35ਵੀਂ ਪੌੜੀ ਦੇ ਵਿੱਚ, ਉਹ ਕਿਸੇ ਬੁੱਧੀ ਜਾਂ ਮਾਨਸਿਕ ਪੱਧਰ ਦਾ ਗਿਆਨ ਨਹੀਂ। 36ਵੀਂ ਪੌੜੀ ਦੇ ਜੋ 2 ਪੰਕਤੀਆਂ ਦੇ ਸ਼ਬਦ ਬੜੇ ਮਹੱਤਵਪੂਰਨ ਹਨ, ਕਿਉਂਕਿ ਇੱਥੇ ਸਤਿਗੁਰਾਂ ਨੇ ਇੱਕ ਤਾਂ ਗਿਆਨ ਨੂੰ ਪ੍ਰਚੰਡ ਕਿਹਾ ਹੈ, ਫਿਰ ਨਾਦ, ਵਿਨੋਦ, ਕੋਡ ਤੇ ਆਨੰਦ ਦੇ ਸ਼ਬਦ ਵਰਤੇ ਹਨ। ਹੁਣ ਇੱਕ ਪਾਸੇ ਪ੍ਰਚੰਡ ਦਾ ਅਰਥ ਹੈ ਕਿ ਇਹ ਗਿਆਨ ਜੋ ਸਾਨੂੰ ਪ੍ਰਾਪਤ ਹੋ ਰਿਹਾ ਹੈ, ਜਿਹਦੇ ਨਾਲ ਅਸੀਂ ਜਗਤ ਨੂੰ ਨਵੀਂ ਨਜ਼ਰ ਨਾਲ ਦੇਖ ਰਹੇ ਹਾਂ, ਉਹ ਗਿਆਨ ਅਸੀਮ ਤੇ ਅਥਾਹ ਹੈ। ਪ੍ਰਚੰਡ ਦਾ ਭਾਵ ਇਹੀ ਹੈ ਕਿ ਉਹ ਗਿਆਨ ਦਾ ਵੀ ਫਿਰ ਕੋਈ ਹੱਦ ਬੰਨਾ ਨਹੀਂ ਰਿਹਾ। ਉਹ ਪ੍ਰਚੰਡ ਗਿਆਨ ਹੈ ਜਿਹਦੇ ਅੱਗੇ ਕੋਈ ਚੀਜ਼ ਖੜੀ ਨਹੀਂ ਹੋ ਸਕਦੀ। ਪ੍ਰਚੰਡ ਅਸੀਂ ਉਹੀ ਕਹਿੰਦੇ ਜਿਹਦੀ ਸ਼ਕਤੀ ਬਹੁਤ ਤੇਜ਼ ਹੋਵੇ, ਬੜੀ ਵੱਡੀ ਸ਼ਕਤੀ ਹੋਵੇ ਤੇ ਉਹਦੇ ਅੱਗੇ ਕੋਈ ਖੜਾ ਨਾ ਹੋ ਸਕੇ। ਹੁਣ ਜੇ ਇਹ ਗਿਆਨ ਦਾ ਆਪਣੇ ਜੀਵਨ ਦੇ ਵਿੱਚ ਮਹੱਤਵ ਦੇਖੀਏ ਤਾਂ ਇਉਂ ਕਹਿ ਲਈਏ ਆਪਾਂ ਕਿ ਇਹ ਗਿਆਨ ਸਾਡੇ ਜੀਵਨ ਦੇ ਵਿੱਚ ਜਿੰਨੀਆਂ ਰੁਕਾਵਟਾਂ ਸਨ, ਅਧਿਆਤਮਕ ਜੀਵਨ ਵਿੱਚ ਵੀ ਅਸੀਂ ਕਹਿ ਸਕਦੇ ਹਾਂ ਤੇ ਬਾਕੀ ਧਾਰਮਿਕ ਜੀਵਨ ਵਿੱਚ ਵੀ ਕਹਿ ਸਕਦੇ ਹਾਂ, ਦੁਨਿਆਵੀ ਜੀਵਨ ਵਿੱਚ ਵੀ ਕਹਿ ਸਕਦੇ ਹਾਂ, ਕਿ ਜੀਵਨ ਦੇ ਵਹਿਮਾਂ ਭਰਮਾਂ ਭੁਲੇਖਿਆਂ ਘੁੰਮਣ ਘੇਰੀਆਂ ਨੂੰ ਇਹ ਗਿਆਨ ਇੰਨਾ ਪ੍ਰਚੰਡ ਹੈ ਕਿ ਉਹਨੂੰ ਹਨੇਰੀ ਵਾਂਗ ਉਡਾ ਕੇ ਲੈ ਜਾਣ ਦੀ ਸ਼ਕਤੀ ਰੱਖਦਾ ਹੈ। ਜਿਵੇਂ ਗੁਰਬਾਣੀ ਸਾਨੂੰ ਇੱਕ ਹੋਰ ਥਾਂ ਵੀ ਸਤਿਗੁਰਾਂ ਨੇ ਇਹ ਦੱਸਿਆ ਹੈ ਕਿ ਦੇਖੋ ਭਾਈ ਗਿਆਨ ਕੀ ਆਈ ਆਂਧੀ। ਇਸੇ ਸ਼ਬਦ ਦੇ ਵਿੱਚ ਅਗਰ ਸੰਪੂਰਨ ਅਸੀਂ ਵਿਚਾਰ ਕਰੀਏ ਤਾਂ ਸਤਿਗੁਰੂ ਕਹਿੰਦੇ ਹਨ ਕਿ ਜਦੋਂ ਗਿਆਨ ਦੀ ਹਨੇਰੀ ਆ ਜਾਂਦੀ ਹੈ ਤਾਂ ਜੀਵਨ ਦੇ ਵਿੱਚ ਕੋਈ ਰੁਕਾਵਟ ਬਾਕੀ ਨਹੀਂ ਬਚਦੀ, ਸਭ ਉਡਾ ਕੇ ਲੈ ਜਾਂਦੀ ਹੈ। ਔਰ ਅਖੀਰ ਤੇ ਜਾ ਕੇ ਕਹਿੰਦੇ ਹਨ ਕਿ ਜੀਵਨ ਦੇ ਵਿੱਚ ਜਿਹੜੀ ਦੂਜੀ ਪੰਕਤੀ 'ਚ ਇੱਥੇ ਗੱਲ ਕੀਤੀ ਹੈ ਕਿ ਆਂਧੀ ਪਾਛੈ ਜੋ ਜਲ ਬਰਸੈ ਤਉ ਮੇਰਾ ਮਨ ਭੀਨਾ, ਭਾਵ ਉੱਥੇ ਵੀ ਗਿਆਨ ਜਿਹੜਾ ਹੈ, ਗਿਆਨ ਹੈ ਹੀ ਦਰਅਸਲ ਉਹ ਜਿਹੜਾ ਅਖੀਰ ਤੇ ਆ ਕੇ ਆਨੰਦ ਦੇ ਵਿੱਚ ਸਾਨੂੰ ਭਿਉਂ ਕੇ ਰੱਖਦੇ, ਆਨੰਦ ਦੇ ਵਿੱਚ ਡੁਬੋ ਕੇ ਰੱਖਦੇ ਨੇ। ਤਾਂ ਸਤਿਗੁਰੂ ਦੂਜੀ ਪੰਕਤੀ ਜਿਵੇਂ ਕਹਿ ਰਹੇ ਹਨ ਕਿ ਨਾਦ, ਰਾਗ, ਵਿਨੋਦ, ਤਮਾਸ਼ੇ ਤੇ ਕੋਡ ਕੌਤਕ, ਇਹਨਾਂ ਸਾਰਿਆਂ ਨੂੰ ਮਿਲਾ ਕੇ ਜਿੰਨਾ ਕੁ ਆਨੰਦ ਬਣਦਾ ਹੈ, ਇਹ ਗੁਰੂ ਸਤਿਗੁਰੂ ਗਿਆਨ ਦੀ ਅਵਸਥਾ ਦੇ ਵਿੱਚ ਸਾਨੂੰ ਦੱਸਦੇ ਹਨ। ਤਾਂ ਫਿਰ ਇਹ ਗਿਆਨ ਹੈ ਕਿਹੜਾ ਜਿਹਦੀ ਗਿਆਨ ਖੰਡ ਵਿੱਚ ਸਤਿਗੁਰੂ ਗੱਲ ਕਰ ਰਹੇ ਹਨ? ਇਹ ਅਪਾਰ ਬਲ, ਇੱਕ ਪਾਸੇ ਅਪਾਰ ਬਲ ਤੇ ਪ੍ਰਚੰਡ ਸ਼ਕਤੀ ਦੀ ਗੱਲ ਕਰ ਰਹੇ ਹਨ ਗੁਰੂ ਜੀ ਗਿਆਨ ਦੀ, ਤੇ ਦੂਜੇ ਪਾਸੇ ਅਪਾਰ ਆਨੰਦ ਦੀ ਗੱਲ ਦੱਸ ਰਹੇ। ਤਾਂ ਫਿਰ ਇਹ ਗਿਆਨ ਕਿਹੜਾ ਹੈ? ਇਹ ਕੀ ਕਿਸੇ ਬੁੱਧੀ ਦੇ ਬਲ ਉੱਤੇ ਲਿਆ ਗਿਆ ਆਨੰਦ ਹੈ, ਮਾਨਸਿਕ ਤੌਰ ਦੇ ਉੱਤੇ ਇੰਟੈਲੈਕਚੁਅਲ ਲੈਵਲ ਤੇ ਲਿਆ ਗਿਆ ਗਿਆਨ ਹੈ, ਜਾਂ ਦੁਨਿਆਵੀ ਪੱਧਰ ਦਾ ਗਿਆਨ ਹੈ? ਇਹ ਐਸਾ ਗਿਆਨ ਨਹੀਂ ਹੋ ਸਕਦਾ। ਇਹ ਉਸ ਗਿਆਨ ਦੀ ਗੱਲ ਹੈ ਜਿਹੜਾ ਅਨੁਭਵ ਦੇ ਵਿੱਚੋਂ ਪੈਦਾ ਹੁੰਦਾ, ਜਿਹੜਾ ਉਸ ਅਕਾਲ ਪੁਰਖ ਗੁਣਾਂ ਦੇ ਖਜ਼ਾਨੇ ਨਾਲ ਜੁੜ ਕੇ ਮਿਲਦਾ ਹੈ, ਜਾਂ ਇਉਂ ਕਹਿ ਲਈਏ ਕਿ ਜਿਹੜਾ ਅਕਾਲ ਪੁਰਖ ਦੇ ਹੁਕਮ ਵਿੱਚ ਚੱਲ ਕੇ ਪ੍ਰਾਪਤ ਹੁੰਦਾ ਹੈ, ਜੋ ਉਹਦੀ ਰਜ਼ਾ ਵਿੱਚ ਰਹਿ ਕੇ ਮਿਲਦਾ ਹੈ, ਜੋ ਉਹਦੇ ਨਾਮ ਦੇ ਵਿੱਚ ਜੁੜ ਕੇ ਮਿਲਦਾ ਹੈ, ਜਾਂ ਕਹਿ ਲਈਏ ਜੋ ਸਤਿਗੁਰਾਂ ਨੇ ਜਿਵੇਂ ਗੁਰਬਾਣੀ ਦੇ ਵਿੱਚ ਉਹ ਅਵਸਥਾ ਦੱਸੀ ਹੈ ਨਾ ਕਿ ਅੱਠੇ ਪਹਿਰ ਇੱਕ ਤੇ ਲਿਵੈ ਮੰਨਣ ਹੁਕਮ ਅਪਾਰ, ਉਹ ਅਵਸਥਾ ਦੇ ਵਿੱਚੋਂ ਜਿਹੜਾ ਗਿਆਨ ਪੈਦਾ ਹੁੰਦਾ ਹੈ, ਇਹ ਸਤਿਗੁਰੂ ਜੀ ਉਸ ਗਿਆਨ ਨੂੰ ਜਿਹੜਾ ਹੈ ਉਹ ਗਿਆਨ ਖੰਡ ਕਹਿ ਰਹੇ ਹਨ। ਕਿਉਂਕਿ ਪ੍ਰਚੰਡ ਗਿਆਨ ਤਾਂ ਹੋਰ ਕਿਤੋਂ ਪ੍ਰਾਪਤ ਹੋ ਹੀ ਨਹੀਂ ਸਕਦਾ ਸਿਵਾਏ ਅਕਾਲ ਪੁਰਖ ਨਾਲ ਜੁੜਨ ਤੋਂ, ਤੇ ਨਾ ਹੀ ਅਪਾਰ ਆਨੰਦ ਕਿਤੋਂ ਪੈਦਾ ਹੋ ਸਕਦਾ ਹੈ ਸਿਵਾਏ ਅਕਾਲ ਪੁਰਖ ਨਾਲ ਜੁੜਨ ਤੋਂ। ਤਾਂ ਇਹ ਗਿਆਨ ਚੂੰਕਿ ਅਕਾਲੀ ਗਿਆਨ ਹੈ, ਅਕਾਲ ਪੁਰਖ ਤੋਂ ਪ੍ਰਾਪਤ ਹੋਣ ਵਾਲਾ ਗਿਆਨ ਹੈ, ਇਹ ਗਿਆਨ ਵੀ ਉਸੇ ਤਰ੍ਹਾਂ ਕਿਸੇ ਸੀਮਾ ਦੇ ਵਿੱਚ ਨਹੀਂ ਹੈ। ਜਾਂ ਇਉਂ ਕਹਿ ਲਓ ਕਿ ਬਈ ਇਹ ਅਕਾਲ ਪੁਰਖ ਜਿਹੜਾ ਹੈ, ਅਕਾਲ ਦਾ ਭਾਵ ਵੀ ਇਹ ਹੈ ਕਿ ਉਹਦੀ ਕੋਈ ਸੀਮਾ ਨਹੀਂ ਹੈ, ਸਮੇਂ ਦੇ ਵਿੱਚ ਕੋਈ ਸੀਮਾ ਨਹੀਂ ਹੈ, ਦੇਸ਼ ਦੇ ਵਿੱਚ ਸੀਮਾ ਨਹੀਂ ਹੈ। ਤਾਂ ਉਸ ਅਕਾਲ ਨਾਲ ਜੋੜਨ ਵਾਲਾ ਗਿਆਨ ਹੈ। ਔਰ ਇਹਦਾ ਆਨੰਦ ਜੋ ਹੈ ਇਹ ਵੀ ਸਾਰੇ ਮੰਨੇ ਜਾਂਦੇ ਸੋਮਿਆਂ ਤੋਂ ਵੱਡਾ ਹੋਵੇਗਾ,
ਔਰ ਇਹ ਗਿਆਨ ਜੋ ਹੈ ਅਕਾਲ ਪੁਰਖ ਦੇ ਨਾਲ ਜੁੜਨ ਤੋਂ ਪੈਦਾ ਹੋਇਆ, ਉਹਦੇ ਅਨੁਭਵ ਤੋਂ ਪੈਦਾ ਹੋਇਆ ਆਨੰਦ ਜਿਹੜਾ ਹੈ, ਇਹ ਸਭ ਤੋਂ ਵੱਡੇ ਆਨੰਦ ਤੇ ਵਿਸਮਾਦ ਦਾ ਖੰਡ ਹੈ। ਤਾਂ ਭਾਵੇਂ ਇਹਦਾ ਨਾਮ ਗਿਆਨ ਖੰਡ ਸਤਿਗੁਰਾਂ ਨੇ ਸਮਝਾਇਆ ਹੈ, ਪਰ ਗੱਲ ਸਤਿਗੁਰਾਂ ਨੇ ਜਿਹੜੀ ਸਾਨੂੰ ਸਮਝਾਈ ਹੈ ਕਿ ਉਹ ਗਿਆਨ ਹੈ ਜਿਹੜਾ ਅਕਾਲ ਪੁਰਖ ਦੇ ਨਾਲ ਜੁੜ ਕੇ ਮਿਲਦਾ ਹੈ, ਔਰ ਜਿਹੜਾ ਭਗਤ ਨੂੰ, ਸਿੱਖ ਨੂੰ, ਇੱਕ ਆਮ ਮਨੁੱਖ ਨੂੰ ਉਸ ਆਨੰਦ ਦੇ ਵਿੱਚ ਭਿਉਂ ਕੇ ਰੱਖ ਦਿੰਦਾ ਹੈ, ਸਰਸ਼ਾਰ ਕਰ ਦਿੰਦਾ ਹੈ, ਜਿਹਦੇ ਨਾਲ ਉਹ ਅਵਸਥਾ ਬਣ ਜਾਏ ਕਿ ਤਿੱਥੈ ਭਾਵ ਉਸ ਅਵਸਥਾ ਦੇ ਵਿੱਚ ਨਾਦ, ਵਿਨੋਦ, ਕੋਡ, ਆਨੰਦ। ਤੋ ਇਹ ਜੋ ਦਾਸ ਨੂੰ ਛੋਟੀ ਮੱਤ ਦੇ ਮੁਤਾਬਕ ਸਮਝ ਆਈ, ਦਾਸ ਨੇ ਆਪ ਦੇ ਨਾਲ ਸਾਂਝਾ ਕੀਤਾ ਹੈ। ਆਓ ਅੱਗੇ ਹੁਣ ਇੱਕ ਵਾਰੀ 6ਵੀਂ 36ਵੀਂ ਪੌੜੀ ਦੀ ਵਿਚਾਰ ਆਪਾਂ ਸ਼ੁਰੂ ਕਰੀਏ। ਪਹਿਲੀਆਂ ਦੋ ਪੰਕਤੀਆਂ ਦੀ ਆਪਾਂ ਵਿਚਾਰ ਕਰ ਚੁੱਕੇ ਹਾਂ, ਪਰ ਇੱਕ ਵਾਰੀ ਫੇਰ ਉਹਦੀ ਰਿਵੀਜ਼ਨ ਕਰ ਲਈਏ ਜੀ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਕਿ ਜੋ ਇਸ ਤੋਂ ਪਹਿਲੀ ਪੌੜੀ ਦੇ ਵਿੱਚ ਦੱਸਿਆ ਗਿਆ ਹੈ, ਸਤਿਗੁਰਾਂ ਨੇ ਗਿਆਨ ਖੰਡ ਦੀ ਗੱਲ ਕੀਤੀ ਹੈ। ਉਹਦੇ ਵਿੱਚ ਜਿਹੜਾ ਗਿਆਨ ਹੈ ਉਹ ਅਤ ਪ੍ਰਚੰਡ ਹੈ, ਅਤ ਸ਼ਕਤੀਸ਼ਾਲੀ ਹੈ, ਅਤ ਬਲਵਾਨ ਹੈ, ਅਤ ਤੇਜ ਭਰਪੂਰ ਹੈ। ਉਹ ਗਿਆਨ ਦੇ ਵਿੱਚ ਉਹ ਸ਼ਕਤੀ ਹੈ ਜੋ ਹੋਰ ਕਿਸੇ ਚੀਜ਼ ਦੇ ਵਿੱਚ ਨਹੀਂ ਹੈ, ਔਰ ਉਹਦੇ ਵਿੱਚ ਉਹ ਸਮਰੱਥਾ ਹੈ ਕਿ ਇਨਸਾਨ ਨੂੰ ਚੁੱਕ ਕੇ ਅਤ ਉੱਚੀ ਅਵਸਥਾ ਦੇ ਵਿੱਚ ਲੈ ਜਾਵੇ। ਤੋ ਇਹ ਬੜਾ ਪ੍ਰਬਲ, ਤੇਜਵਾਨ ਅਤੇ ਬਲਵਾਨ ਗਿਆਨ ਹੈ। ਤਿੱਥੈ ਭਾਵ ਉਸ ਗਿਆਨ ਖੰਡ ਦੇ ਵਿੱਚ, ਗਿਆਨ ਦੀ ਅਵਸਥਾ ਦੇ ਵਿੱਚ ਨਾਦ, ਵਿਨੋਦ, ਕੋਡ ਭਾਵ ਤਰ੍ਹਾਂ ਤਰ੍ਹਾਂ ਦੇ ਰਾਗ, ਤਮਾਸ਼ੇ ਅਤੇ ਕੌਤਕ, ਇਹਨਾਂ ਤੋਂ ਪ੍ਰਾਪਤ ਹੋਣ ਵਾਲੇ ਜੋ ਸਾਨੂੰ ਸਵਾਦ ਹੈ, ਆਨੰਦ ਹੈ, ਉਹਨਾਂ ਤੋਂ ਵੀ ਵੱਡਾ ਆਨੰਦ ਜਿਹੜਾ ਹੈ ਉਸ ਗਿਆਨ ਖੰਡ ਦੇ ਵਿੱਚ ਪ੍ਰਾਪਤ ਹੁੰਦਾ ਹੈ। ਜਾਂ ਇਉਂ ਕਹਿ ਲਈਏ ਕਿ ਨਾਦ, ਵਿਨੋਦ, ਕੋਡ, ਇਹਨਾਂ ਸਾਰਿਆਂ ਦਾ ਹੀ ਆਨੰਦ ਜੋ ਹੈ ਉਹ ਗਿਆਨ ਖੰਡ ਦੇ ਵਿੱਚ ਪ੍ਰਾਪਤ ਹੋ ਜਾਂਦਾ ਹੈ। ਹੁਣ ਸਤਿਗੁਰੂ ਅਗਲੀ ਪੰਕਤੀ ਤੋਂ ਗੱਲ ਸ਼ੁਰੂ ਕਰਦੇ ਹਨ। ਸ਼ਰਮ ਖੰਡ ਕੀ ਬਾਣੀ ਰੂਪ। ਸ਼ਰਮ ਖੰਡ ਜੋ ਅਗਲਾ ਖੰਡ ਸਤਿਗੁਰੂ ਹੁਣ ਜਿਹਦੇ ਬਾਰੇ ਸਾਨੂੰ ਇਸ ਪੌੜੀ ਦੇ ਵਿੱਚ ਸਮਝਾ ਰਹੇ ਹਨ। ਸ਼ਰਮ ਦਾ ਭਾਵ ਹੈ ਉਦਮ ਤੇ ਮਿਹਨਤ। ਤੋ ਸ਼ਰਮ ਖੰਡ ਹੋ ਗਿਆ ਉਹ ਅਵਸਥਾ, ਸਾਡੇ ਮਨ ਦੀ ਉਹ ਹਾਲਤ ਜਿਹਦੇ ਵਿੱਚ ਸਾਡੇ ਵਿੱਚ ਹੁਣ ਉਦਮ ਤੇ ਮਿਹਨਤ ਕਰਨ ਦਾ ਸ਼ੌਕ ਪੈਦਾ ਹੁੰਦਾ ਹੈ, ਉਦਮ ਪੈਦਾ ਹੁੰਦਾ ਹੈ, ਸ਼ਕਤੀ ਪੈਦਾ ਹੁੰਦੀ ਹੈ ਕਿ ਮੈਂ ਜੋ ਧਰਮ ਦੇ ਮਾਰਗ ਤੇ ਚੱਲ ਕੇ ਗਿਆਨ ਦੇ ਖੰਡ ਦੇ ਵਿੱਚ ਪਹੁੰਚ ਕੇ ਜੋ ਮੈਨੂੰ ਸਮਝ ਆਈ ਹੈ ਕਿ ਜੀਵਨ ਨੂੰ ਕਿਸ ਤਰ੍ਹਾਂ ਵਰਤਣਾ ਹੈ, ਉਹਦੇ ਵਾਸਤੇ ਹੁਣ ਜਿਹੜਾ ਅਸਲੀ ਮਿਹਨਤ ਦਾ ਸਮਾਂ ਹੈ ਉਹ ਫਿਰ ਹੁਣ ਆ ਗਿਆ। ਔਰ ਜੀਵਨ ਦੇ ਵਿੱਚ ਵੀ ਅਸੀਂ ਇਉਂ ਹੀ ਦੇਖਦੇ ਹਾਂ ਕਿ ਮਿਹਨਤ ਦਾ ਸਮਾਂ ਆਉਂਦਾ ਹੀ ਉਦੋਂ ਹੈ ਜਦੋਂ ਬੰਦਾ ਡਿਸਪਲਿਨ ਵਿੱਚ ਪੈ ਜਾਂਦਾ ਹੈ, ਭਾਵ ਧਰਮ ਵਿੱਚ ਪੈ ਜਾਂਦਾ ਹੈ। ਤੇ ਫਿਰ ਜਦੋਂ ਉਹਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਮੈਂ ਇੱਥੇ ਕੀ ਲੈਣ ਆਇਆ ਹਾਂ ਤੇ ਕਿਵੇਂ ਇਹ ਲੈਣਾ ਹੈ, ਤਾਂ ਉਸ ਤੋਂ ਬਾਅਦ ਇਨਸਾਨ ਮਿਹਨਤ ਸ਼ੁਰੂ ਕਰਦਾ ਹੈ। ਇਸ ਅਵਸਥਾ ਵਿੱਚੋਂ ਆਪਾਂ ਸਾਰੇ ਜ਼ਿੰਦਗੀ ਦੇ ਸਮੇਂ ਦੇ ਕਿਸੇ ਨਾ ਕਿਸੇ ਸਮੇਂ ਦੇ ਉੱਤੇ ਜ਼ਰੂਰ ਲੰਘੇ ਹੋਵਾਂਗੇ ਕਿ ਇਹ ਉਹ ਅਵਸਥਾ ਹੈ ਜਦੋਂ ਫਿਰ ਇਨਸਾਨ ਸਿਰ ਸੁੱਟ ਕੇ ਤੇ ਮਿਹਨਤ ਕਰਨੀ ਸ਼ੁਰੂ ਕਰ ਦਿੰਦਾ ਹੈ। ਤਾਂ ਸਤਿਗੁਰੂ ਜੀ ਉਸ ਉਦਮ ਦੀ ਔਰ ਮਿਹਨਤ ਦੀ ਜਿਹੜੀ ਅਵਸਥਾ ਹੈ ਉਹਦੀ ਗੱਲ ਕਰ ਰਹੇ ਹਨ ਕਿ ਸ਼ਰਮ ਖੰਡ ਕੀ ਬਾਣੀ। ਬਾਣੀ ਦਾ ਭਾਵ ਹੈ, ਬਾਣੀ ਦਾ ਭਾਵ ਵੈਸੇ ਤਾਂ ਜੋ ਅਸੀਂ ਜ਼ੁਬਾਨ ਦੇ ਨਾਲ ਬੋਲਦੇ ਹਾਂ ਉਹਦੀ ਗੱਲ ਹੈ, ਪਰ ਹਰ ਜਗ੍ਹਾ ਦੀ ਜਿਵੇਂ ਅਸੀਂ ਕਹਿ ਦਿੰਦੇ ਹਾਂ, ਅਸੀਂ ਆਮ ਗੱਲ ਕਰਦੇ ਹਾਂ ਕਿ ਇਸ ਚੀਜ਼ ਦੀ ਕਰੰਸੀ ਇਹ ਹੈ। ਤੋ ਇਸੇ ਤਰ੍ਹਾਂ ਹੀ ਅਸੀਂ ਇਸ ਐਕਸਪ੍ਰੈਸ਼ਨ ਨੂੰ ਇਸ ਤਰ੍ਹਾਂ ਅਸੀਂ ਸਮਝਣ ਦਾ ਯਤਨ ਕਰਨਾ ਹੈ ਕਿ ਸ਼ਰਮ ਖੰਡ ਦੇ ਵਿੱਚ ਜਿਹੜੀ ਭਾਸ਼ਾ ਵਰਤੀ ਜਾਂਦੀ ਹੈ, ਜਿਸ ਤਰੀਕੇ ਨਾਲ ਗੱਲ ਕੀਤੀ ਜਾਂਦੀ ਹੈ, ਜਾਂ ਇਉਂ ਕਹੀਏ ਕਿ ਜਿਹੜੀ ਉੱਥੇ ਦੀ ਕਰੰਸੀ ਹੈ ਉਹ ਕੀ ਹੈ, ਉਹ ਰੂਪ ਹੈ, ਸੁੰਦਰਤਾ ਹੈ। ਜਦੋਂ ਇਨਸਾਨ ਮਿਹਨਤ ਦੇ ਖੰਡ ਦੇ ਵਿੱਚ, ਮਿਹਨਤ ਦੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ ਤਾਂ ਉਹਦੇ ਜੀਵਨ ਦੇ ਵਿੱਚ ਸੁੰਦਰਤਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਸ਼ਰਮ ਖੰਡ ਕੀ ਬਾਣੀ, ਸ਼ਰਮ ਖੰਡ ਦੇ ਵਿੱਚ ਜੋ ਬਣਾਵਟ ਹੈ, ਉਹ ਸ਼ਰਮ ਖੰਡ ਦੇ ਵਿੱਚ ਜਿਹੜੀ ਚੀਜ਼ ਦੇ ਨਾਲ ਕੰਮ ਹੁੰਦਾ ਹੈ ਉਹਦੇ ਨਾਲ ਅੱਗੋਂ ਰੂਪ ਜਿਹੜਾ ਹੈ, ਸੁੰਦਰਤਾ ਪੈਦਾ ਹੁੰਦੀ ਹੈ। ਕਿਉਂਕਿ ਜਦੋਂ ਬੰਦਾ ਮਿਹਨਤ ਕਰਨਾ ਸ਼ੁਰੂ ਕਰਦਾ ਹੈ ਤਾਂ ਉਹਦਾ ਕੈਰੈਕਟਰ ਬਿਲਡ ਹੋਣਾ ਸ਼ੁਰੂ ਹੁੰਦਾ ਹੈ, ਉਹਦੇ ਵਿੱਚ ਗੁਣ ਭਰਨੇ ਸ਼ੁਰੂ ਹੁੰਦੇ ਹਨ, ਹੋਰ ਗੁਣ ਆਉਣੇ ਸ਼ੁਰੂ ਹੁੰਦੇ ਹਨ। ਅਸੀਂ ਗੁਣਾਂ ਨਾਲ ਜੁੜਦੇ ਹਾਂ, ਪਰ ਜਦੋਂ ਮਿਹਨਤ ਕਰਦੇ ਹਾਂ ਤਾਂ ਉਹ ਗੁਣ ਧਾਰਨ ਹੁੰਦੇ ਹਨ। ਇਸੇ ਕਰਕੇ ਅਗਲੀ ਪੰਕਤੀ ਵਿੱਚ ਸਤਿਗੁਰੂ ਕਹਿ ਰਹੇ ਹਨ, ਤਿੱਥੈ ਭਾਵ ਇਸ ਮਿਹਨਤ ਵਾਲੀ ਅਵਸਥਾ ਦੇ ਵਿੱਚ
ਜਿਹਦਾ ਉੱਪਰ ਜ਼ਿਕਰ ਕੀਤਾ ਹੈ, ਸਰਮਖੰਡ, ਤਿੱਥੈ ਘਾੜਤ ਘੜੀਐ ਬਹੁਤ ਅਨਹੋ। ਘਾੜਤ ਘੜੀਐ, ਘਾੜਤ ਦਾ ਅਰਥ ਹੈ ਘਾੜਤ ਵਿੱਚ, ਤੇ ਘੜੀਆ ਦਾ ਭਾਵ ਘੜਿਆ ਜਾਂਦਾ। ਉੱਥੇ ਘਾੜਤ ਦੇ ਵਿੱਚ ਕੀ ਘੜਿਆ ਜਾਂਦਾ ਹੈ? ਜਦੋਂ ਬੰਦੇ ਦੀ ਘਾੜਤ ਹੁੰਦੀ ਹੈ, ਉਹਨੂੰ ਘੜਿਆ ਜਾਣਾ ਸ਼ੁਰੂ ਹੁੰਦਾ ਹੈ, ਤਾਂ ਫਿਰ ਉਹ ਕੈਸਾ ਬਣ ਜਾਂਦਾ ਹੈ? ਸਤਿਗੁਰੂ ਕਹਿੰਦੇ ਹਨ ਬਹੁਤ ਅਨੂਪ, ਉਹ ਬੜਾ ਸੁੰਦਰ ਬਣ ਜਾਂਦਾ ਹੈ। ਉਸ ਦਾ ਮਨ ਗੁਣਾ ਵਾਲਾ ਹੋ ਜਾਂਦਾ ਹੈ ਤੇ ਮਨ ਬਹੁਤ ਸੁੰਦਰ ਬਣ ਜਾਂਦਾ ਹੈ। ਇਸ ਉਦਮ ਕਰਨ ਵਾਲੀ ਅਵਸਥਾ ਭਾਵ ਸ਼ਰਮਖੰਡ ਦੇ ਵਿੱਚ, ਇਹਦੇ ਵਿੱਚ ਨਵੀਂ ਘਾੜਤ ਹੁੰਦੀ ਹੈ ਤੇ ਨਵੀਂ ਘਾੜਤ ਦੇ ਹੋਣ ਨਾਲ ਮਨ ਬਹੁਤ ਸੋਹਣਾ ਘੜਿਆ ਜਾਂਦਾ ਹੈ, ਬਹੁਤ ਅਨੂਪ। ਅਨੂਪ ਦਾ ਅਰਥ ਹੁੰਦਾ ਹੈ ਜਿਸ ਵਰਗਾ ਕੋਈ ਹੋਰ ਨਾ ਹੋਵੇ। ਤਾਂ ਬਹੁਤ ਅਨੂਪ ਦਾ ਭਾਵ ਹੋ ਗਿਆ ਕਿ ਇੰਨਾ ਸੁੰਦਰ ਕਿ ਉਹਦੇ ਵਰਗਾ ਹੋਰ ਸਾਨੂੰ ਦਿਸਦਾ ਨਹੀਂ ਹੈ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ। ਹੁਣ ਉਸ ਅਵਸਥਾ ਦੀਆਂ ਜੋ ਬਿਆਨ ਹੈ, ਉਸ ਅਵਸਥਾ ਦੀ ਵਿਆਖਿਆ ਜੋ ਹੈ ਉਹ ਕੀਤੀ ਨਹੀਂ ਜਾ ਸਕਦੀ। ਕਥੀਆਂ ਨਾ ਜਾਏ, ਕਹੀਆਂ ਨਹੀਂ ਜਾ ਸਕਦੀਆਂ। ਇਸ ਅਵਸਥਾ ਦੀ ਵਿਆਖਿਆ, ਇਸ ਅਵਸਥਾ ਦਾ ਵਰਣਨ ਅਸੀਂ ਕਰ ਹੀ ਨਹੀਂ ਸਕਦੇ। ਕਿ ਜੇ ਕੋਈ ਕਹਿਣਾ ਚਾਹੇ, ਜੇ ਕੋਈ ਕੋਸ਼ਿਸ਼ ਕਰੇ, ਤਾਂ ਸਤਿਗੁਰੂ ਕਹਿੰਦੇ ਹਨ ਕਿ ਜੇ ਕੋ ਕਹੈ ਪਿਛੈ ਪਛਤਾਏ। ਭਾਵ ਜੇ ਕੋਈ ਮਨੁੱਖ ਇੱਕ ਧਰਮ ਦੇ ਰਸਤੇ ਉੱਤੇ ਮਿਹਨਤ ਕਰਨ ਵਾਲੇ, ਉਦਮ ਕਰਨ ਵਾਲੇ ਵਿਅਕਤੀ ਦੀ ਅਵਸਥਾ ਦੀ ਜੋ ਬਿਆਨ ਕਰਨਾ ਚਾਹੇ ਔਰ ਉਹ ਬਿਆਨ ਕਰ ਵੀ ਦੇਵੇ, ਤਾਂ ਫਿਰ ਬਾਅਦ ਦੇ ਵਿੱਚ ਉਹਨੂੰ ਕੀ ਮਹਿਸੂਸ ਹੁੰਦਾ ਹੈ? ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਫਿਰ ਉਹਨੂੰ ਪਛਤਾਵਾ ਹੁੰਦਾ ਹੈ। ਪਛਤਾਵਾ ਕਿਸ ਗੱਲ ਦਾ? ਕਿ ਬਈ ਮੈਂ ਕੋਸ਼ਿਸ਼ ਤਾਂ ਜ਼ਰੂਰ ਕੀਤੀ ਇਹ ਗੱਲ ਕਹਿਣ ਦੀ, ਉਹਦੀ ਤਾਰੀਫ ਕਰਨ ਦੀ ਵੀ ਜੇ ਮੈਂ ਕੋਸ਼ਿਸ਼ ਕਰਾਂ ਤੇ ਤਾਂ ਵੀ ਪਛਤਾਵਾ ਹੋਏਗਾ, ਕਿਉਂਕਿ ਤਾਰੀਫ ਕਰਨ ਤੋਂ ਬਾਅਦ ਵੀ ਮੈਨੂੰ ਇਹ ਮਹਿਸੂਸ ਹੋਏਗਾ ਕਿ ਜਿਸ ਦੀ ਮੈਂ ਗੱਲ ਕਰ ਰਿਹਾ ਸੀ ਉਹ ਤਾਂ ਮੇਰੀਆਂ ਤਾਰੀਫਾਂ ਤੋਂ ਵੀ ਪਤਾ ਨਹੀਂ ਕਿੱਡਾ ਵੱਡਾ ਹੈ। ਕਿਉਂਕਿ ਜਿਹੜਾ ਮਿਹਨਤ ਕਰਨ ਵਾਲਾ ਵਿਅਕਤੀ ਹੁੰਦਾ ਹੈ, ਉਹਦੇ ਵਿੱਚ ਅਨੇਕਾਂ ਗੁਣ ਆਉਣੇ ਸ਼ੁਰੂ ਹੋ ਜਾਂਦੇ ਹਨ। ਜਿਹੜਾ ਅਕਾਲ ਪੁਰਖ ਦੇ ਗੁਣਾਂ ਨਾਲ ਜੁੜਨ ਦੀ ਮਿਹਨਤ ਕਰਨੀ ਸ਼ੁਰੂ ਕਰ ਦਿੰਦਾ ਹੈ, ਉਦਮ ਕਰਨਾ ਸ਼ੁਰੂ ਕਰ ਦਿੰਦਾ ਹੈ, ਉਹ ਗੁਣ ਧਾਰਨ ਕਰਨ ਲੱਗ ਜਾਂਦਾ ਹੈ ਕਿ ਉਹ ਗੁਣ ਸਾਡੇ ਦੁਨਿਆਵੀ ਗੁਣ ਨਹੀਂ, ਅਕਾਲੀ ਗੁਣ ਹਨ। ਤਾਂ ਫਿਰ ਉਹਦਾ ਵਰਣਨ ਕਿਵੇਂ ਕੀਤਾ ਜਾ ਸਕਦਾ ਹੈ? ਤਾਂ ਕੋਈ ਵੀ ਵਿਅਕਤੀ ਜਦੋਂ ਉਹ ਐਸੇ ਵਿਅਕਤੀ ਦੀ ਅਵਸਥਾ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹਨੂੰ ਅਖੀਰ ਦੇ ਉੱਤੇ ਪਛਤਾਵਾ ਹੁੰਦਾ ਹੈ। ਕਿਉਂ? ਕਿਉਂਕਿ ਉਹਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਮੈਂ ਇਹਦੀ ਅਵਸਥਾ ਦਾ ਵਰਣਨ ਤਾਂ ਕਰ ਹੀ ਨਹੀਂ ਸਕਦਾ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਇਸ ਮਿਹਨਤ ਵਾਲੀ ਅਵਸਥਾ ਦੇ ਵਿੱਚ ਹੁੰਦਾ ਕੀ ਹੈ, ਸਤਿਗੁਰੂ ਇਸ ਪੰਕਤੀ ਦੇ ਵਿੱਚ ਬਿਆਨ ਕਰ ਰਹੇ ਹਨ। ਕਿਉਂਕਿ ਉਹਨਾਂ ਨੇ ਉੱਤੇ ਜਿਵੇਂ ਜ਼ਿਕਰ ਕੀਤਾ ਸੀ ਘਾੜਤ ਘੜੀ ਹੈ, ਤਾਂ ਕਿਹੜੀ ਘਾੜਤ ਘੜੀ ਜਾ ਰਹੀ ਹੈ? ਸਤਿਗੁਰੂ ਜੀ ਕਹਿੰਦੇ ਹਨ ਕਿ ਉੱਥੇ ਉਹਦੀ ਘਾੜਤ ਘੜੀ ਜਾਂਦੀ ਹੈ। ਕੀ ਘਾੜਤ ਘੜੀ ਜਾਂਦੀ ਹੈ? ਕਿ ਸੁਰਤ ਮਤ ਮਨ ਬੁੱਧ। ਮਨ ਬੁੱਧ ਦੋਨਾਂ ਦੇ ਇਕੱਠੇ ਅਰਥ ਸਾਨੂੰ ਕਰਨੇ ਪੈਣ ਕਿ ਮਨ ਵਿੱਚ ਬੁੱਧੀ ਦਾ ਪ੍ਰਕਾਸ਼ ਹੋ ਜਾਂਦਾ ਹੈ, ਬੁੱਧੀ ਜਾਗਰਿਤ ਹੋ ਜਾਂਦੀ ਹੈ। ਤੇ ਸੁਰਤ ਮਤ ਭਾਵ ਉਹਦੀ ਸੁਰਤ ਤੇ ਮਤ, ਉਹਦੀ ਸੁਰਤੀ ਔਰ ਉਹਦੀ ਸਮਝ, ਅਤੇ ਨਾਲ ਮਨ ਦੇ ਵਿੱਚ ਬੁੱਧੀ ਦਾ ਪ੍ਰਕਾਸ਼। ਤਾਂ ਇਹ ਅਵਸਥਾ ਹੋ ਜਾਂਦੀ ਹੈ ਉਸ ਵਿਅਕਤੀ ਦੀ। ਤਾਂ ਹੁਣ ਜੇ ਦੇਖਿਆ ਜਾਏ ਤੇ ਸੁਰਤ ਮਤ ਤੇ ਮਨ ਤੇ ਉੱਥੇ ਬੁੱਧੀ ਦਾ ਪ੍ਰਕਾਸ਼ ਹੋ ਜਾਣਾ, ਇਸ ਤੋਂ ਉੱਚੀ ਅਵਸਥਾ ਕਿਸੇ ਮਨੁੱਖ ਦੀ ਕੀ ਹੋ ਸਕਦੀ ਹੈ? ਤਾਂ ਉੱਥੇ ਕਹਿਣ ਤੋਂ ਭਾਵ ਸਤਿਗੁਰੂ ਸਾਨੂੰ ਇਹ ਸਮਝਾ ਰਹੇ ਹਨ ਕਿ ਜਦੋਂ ਇਨਸਾਨ ਉਦਮ ਦੇ ਖੰਡ ਵਿੱਚ ਪਹੁੰਚ ਜਾਂਦਾ ਹੈ, ਉਦਮ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ, ਤਾਂ ਉੱਥੇ ਉਹਦੀ ਸੁਰਤ ਤੇ ਮਤ ਦੀ ਘਾੜਤ ਸ਼ੁਰੂ ਹੋ ਜਾਂਦੀ ਹੈ। ਉਹਦੇ ਮਨ ਦੇ ਵਿੱਚ ਬੁੱਧੀ ਦਾ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਜਾਗਰਿਤ ਹੋ ਜਾਂਦਾ ਹੈ, ਉਸਦੀ ਬੁੱਧੀ ਜਾਗਰਿਤ ਹੋ ਜਾਂਦੀ ਹੈ। ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਹੁਣ ਸੁਰਾਂ ਕੀ ਸੁਧ ਤੇ ਸਿੱਧਾਂ ਕੀ ਸੁਧ, ਇਹ ਦੋ ਅਰਥਾਂ ਦੇ ਵਿੱਚ ਸਾਨੂੰ ਇਹਨੂੰ ਸਮਝਣਾ ਪਵੇਗਾ। ਸੁਰਾਂ ਕੀ ਸੁਧ ਭਾਵ ਇਹ ਹੈ ਕਿ ਦੇਵਤਿਆਂ, ਸੁਰ ਦਾ ਅਰਥ ਹੈ ਦੇਵਤੇ, ਤਾਂ ਦੇਵਤਿਆਂ ਦੀ ਸੁਧ ਭਾਵ ਜਿਹੜੀ ਦੇਵਤਿਆਂ ਦੇ ਵਿੱਚ ਅਕਲ ਹੈ ਜਾਂ ਸੂਝ ਹੈ ਉਹ, ਤੇ ਸਿੱਧਾਂ ਕੀ ਸੁਧ ਭਾਵ ਸਿੱਧਾਂ ਵਾਲੀ ਅਕਲ, ਸਿੱਧਾਂ ਵਾਲੀ ਸੁਧ। ਸਤਿਗੁਰੂ ਕਹਿੰਦੇ ਹਨ ਕਿ ਸਰਮਖੰਡ ਦੇ ਵਿੱਚ ਇਨਸਾਨ ਦੀ ਜਿਹੜੀ ਮਤ ਹੈ, ਬੁੱਧੀ ਹੈ,
ਉਹਦੀ ਸੁਰਤ ਹੈ, ਉਹਦੇ ਵਿੱਚ ਕਿਸ ਤਰ੍ਹਾਂ ਦੀ ਘਾੜਤ ਘੜੀ ਜਾਂਦੀ ਹੈ। ਤੇ ਸਤਿਗੁਰੂ ਦੇਖੋ ਸਾਨੂੰ ਕੀ ਕਹਿ ਰਹੇ ਹਨ ਕਿ ਇੱਕ ਪਾਸੇ ਦੇਵਤਿਆਂ ਵਾਲੀ ਸੂਝ ਤੇ ਦੂਜੇ ਪਾਸੇ ਸੁਰਾਂ ਦੀ ਸੂਝ, ਕਿਉਂਕਿ ਦੇਵਤੇ ਇਸ ਜਗਤ ਤੋਂ ਉੱਪਰ ਮੰਨੇ ਜਾਂਦੇ ਹਨ, ਆਮ ਜੋ ਸਾਡੇ ਵਿਚਾਰ ਹੈ। ਤਾਂ ਉਹਨਾਂ ਦੇ ਵਿੱਚ ਉੱਚੀ ਮੱਤ ਮੰਨੀ ਗਈ ਹੈ, ਬਹੁਤ ਉੱਚੀ ਮੱਤ ਮੰਨੀ ਗਈ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਉਹ ਜਿਹੀ ਮੱਤ ਸਾਡੀ, ਉਹ ਜਿਹੀ ਸੂਝ ਜਿਹੜੀ ਸਾਡੇ ਅੰਦਰ ਪੈਦਾ ਹੋ ਜਾਂਦੀ ਹੈ। ਤੇ ਸਿੱਧ ਉਹ ਹੁੰਦੇ ਹਨ ਜਿਨ੍ਹਾਂ ਨੇ ਇਸ ਜੀਵਨ ਦੇ ਵਿੱਚ, ਜਗਤ ਦੇ ਜੀਵਨ ਦੇ ਵਿੱਚ ਕਿਸੇ ਨਾ ਕਿਸੇ ਵਸਤੂ ਦੇ ਉੱਤੇ, ਕਿਸੇ ਨਾ ਕਿਸੇ ਗਿਆਨ ਦੇ ਹਿੱਸੇ ਦੇ ਉੱਤੇ ਸਿੱਧੀ ਪ੍ਰਾਪਤ ਕਰ ਲਈ ਹੋਵੇ। ਭਾਵ ਇਨਸਾਨ ਜਿੰਨੀ ਕੁ ਉੱਚੀ ਅਵਸਥਾ ਤੱਕ ਪਹੁੰਚ ਸਕਦਾ, ਉੱਥੇ ਤੱਕ ਉਹ ਪਹੁੰਚ ਚੁੱਕੇ ਹੋ। ਤਾਂ ਸਤਿਗੁਰੂ ਕਹਿੰਦੇ ਹਨ ਕਿ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਭਾਵ ਉਸ ਖੰਡ ਦੇ ਵਿੱਚ, ਸਰਮ ਖੰਡ ਦੇ ਵਿੱਚ, ਉਦਮ ਦੀ ਅਵਸਥਾ ਦੇ ਵਿੱਚ ਇਨਸਾਨ ਦਾ ਸਭ ਕੁਝ ਜਿਹੜਾ ਹੈ ਉਹ ਨਵੇਂ ਸਿਰੇ ਤੋਂ ਘੜਿਆ ਜਾਂਦਾ ਹੈ। ਸੁਰਤ ਮਤ ਤੇ ਬੁੱਧ, ਤੇ ਉੱਥੇ ਦੇਵਤਿਆਂ ਦੀ ਸੂਝ-ਬੂਝ ਤੇ ਸਿੱਧਾਂ ਦੀ ਸੂਝ-ਬੂਝ, ਇਹ ਸਾਰਾ ਕੁਝ ਇਨਸਾਨ ਦੇ ਅੰਦਰ ਪੈਦਾ ਹੋ ਜਾਂਦਾ ਹੈ। ਉਹਦੀ ਘਾੜਤ ਐਸੀ ਘੜ ਦਿੱਤੀ ਜਾਂਦੀ ਹੈ ਕਿ ਉਹ ਚਾਹੇ ਦੇਵਤਿਆਂ ਦੀ ਅਸੀਂ ਉੱਚੀ ਮੰਨੀਏ ਤੇ ਚਾਹੇ ਸਿੱਧਾਂ ਦੀ ਮੰਨੀਏ ਕਿ ਸਭ ਤੋਂ ਉੱਚੀ ਹੈ, ਦੋਨੋਂ ਮਈਅਰਸ ਇਸ ਦੁਨੀਆ ਤੋਂ ਉੱਪਰਲੇ ਦੇਵਤਿਆਂ ਦੀ ਤੇ ਦੁਨੀਆ ਦੇ ਵਿੱਚ ਰਹਿਣ ਵਾਲੇ ਸਿੱਧਾਂ ਦੀ ਐਸੀ ਐਸੀ ਸੁੱਧ, ਐਸੀ ਸੂਝ, ਐਸੀ ਅਕਲ ਉਹਦੀ ਬਣ ਜਾਂਦੀ ਹੈ ਕਿ ਸਤਿਗੁਰੂ ਕਹਿੰਦੇ ਹਨ ਕਿ ਸ਼ਰਮ ਖੰਡ ਜੋ ਹੈ ਉਹ ਇੰਨਾ ਮਹਾਨ ਹੈ। ਔਰ ਇੱਥੇ ਸਤਿਗੁਰੂ ਸਾਨੂੰ ਇੱਕ ਹੋਰ ਵੀ ਮੈਸੇਜ ਦੇ ਰਹੇ ਹਨ ਕਿ ਜਦੋਂ ਇਨਸਾਨ ਦੀ ਸਹੀ ਅਰਥਾਂ ਦੇ ਵਿੱਚ ਘਾੜਤ ਹੋਣੀ ਹੈ, ਉਹ ਅਮਲਾਂ ਦੇ ਨਾਲ ਹੀ ਹੋਣੀ ਹੈ, ਉਦਮ ਕਰਨ ਨਾਲ ਹੀ ਹੋਣੀ ਹੈ, ਮਿਹਨਤ ਕਰਨ ਦੇ ਨਾਲ ਹੀ ਹੋਣੀ ਹੈ। ਤਾਂ ਜਦ ਤੱਕ ਅਸੀਂ ਮਿਹਨਤ ਨਹੀਂ ਕਰਦੇ ਆਪਣੇ ਆਪੇ ਨੂੰ ਸਵਾਰਨ ਦੀ, ਉਹਦੇ ਰਸਤੇ ਉੱਤੇ ਨਹੀਂ ਤੁਰਦੇ, ਉਦੋਂ ਤੱਕ ਸਾਡੀ ਘਾੜਤ ਨਹੀਂ ਘੜੀ ਜਾ ਸਕਦੀ। ਅਸਲੀ ਜੋ ਪੰਜ ਖੰਡਾਂ ਵਿੱਚੋਂ ਅਸੀਂ ਇਹ ਕਹਿ ਲਈਏ ਕਿ ਇਹ ਤੀਸਰਾ ਖੰਡ ਜਿਹਾ ਹੈ, ਇਹ ਇੱਕ ਧੁਰਾ ਹੈ ਜੋ ਸਾਨੂੰ ਇਸ ਪਾਸੇ ਉੱਦਮ ਕਰਨ ਦੀ, ਅਕਾਲ ਪੁਰਖ ਦੇ ਗੁਣਾਂ ਨਾਲ ਜੁੜ ਕੇ ਜੋ ਅਸੀਂ ਜੀਵਨ ਜਾਚ ਸਿੱਖੀ ਹੈ, ਗਿਆਨ ਪ੍ਰਾਪਤ ਕੀਤਾ ਹੈ, ਇੱਥੇ ਉਹ ਸਾਰਾ ਕੁਝ ਜੋ ਹੈ ਉਹ ਅਪਲਾਈ ਹੋਣਾ ਹੈ ਤੇ ਫਿਰ ਸਾਡੇ ਜੀਵਨ ਦੀ ਘਾੜਤ ਘੜੀ ਜਾ ਰਹੀ ਹੈ। ਤੋ ਇਹ ਤੀਸਰਾ ਐਸਪੈਕਟ ਸਾਡੀ ਡਿਵੈਲਪਮੈਂਟ ਦਾ ਸਤਿਗੁਰਾਂ ਨੇ ਕਿਹਾ ਹੈ। ਪਹਿਲਾ ਅਸੀਂ ਸ਼ਰਮ ਖੰਡ ਨੂੰ ਧਰਮ ਖੰਡ ਨੂੰ ਅਗਰ ਅਸੀਂ ਡਿਸਿਪਲਿਨ ਔਰ ਨਿਯਮ ਔਰ ਆਪਣੇ ਜੀਵਨ ਮਨੋਰਥ ਦੀ ਸੋਝੀ ਪ੍ਰਾਪਤ ਕਰਨ ਦਾ ਖੰਡ ਮੰਨ ਲਈਏ ਕਿ ਜਦੋਂ ਸਾਨੂੰ ਉਹ ਪ੍ਰਾਪਤ ਹੋ ਜਾਂਦਾ ਹੈ, ਜਦੋਂ ਨਾਲੋਂ ਨਾਲ ਉਹ ਪ੍ਰਾਪਤ ਹੁੰਦਾ ਹੈ ਤਾਂ ਸਾਨੂੰ ਗਿਆਨ ਦੀ ਪ੍ਰਾਪਤੀ ਹੋਣੀ ਸ਼ੁਰੂ ਹੁੰਦੀ ਹੈ। ਅਸੀਂ ਉਸ ਅਕਾਲ ਪੁਰਖ ਨਾਲ ਜੁੜ ਕੇ ਉਸ ਗਿਆਨ ਦੀ ਅਵਸਥਾ ਤੱਕ ਪਹੁੰਚਣਾ ਸ਼ੁਰੂ ਕਰਦੇ ਹਾਂ ਤੇ ਫਿਰ ਨਾਲ ਨਾਲ ਸਾਈਡ ਬਾਏ ਸਾਈਡ ਜਿਹੜੀ ਹੈ ਸਾਡੇ ਜੀਵਨ ਦੀ ਘਾੜਤ ਘੜੀ ਜਾਣੀ ਸ਼ੁਰੂ ਹੋ ਜਾਂਦੀ ਹੈ। ਫਿਰ ਉਹ ਘਾੜਤ ਇੱਥੇ ਕਿਸੇ ਇੱਕ ਜਾਂ ਦੋ ਗੁਣਾਂ ਦਾ ਜ਼ਿਕਰ ਨਹੀਂ, ਸਤਿਗੁਰਾਂ ਨੇ ਅਵਸਥਾਵਾਂ ਦਾ ਜ਼ਿਕਰ ਕਰਕੇ ਕਿਹਾ ਕਿ ਅਤ ਸੁੰਦਰਤਾ, ਅਤ ਅਨੂਪ, ਔਰ ਉਹ ਬਿਆਨ ਕਰਨ ਵਾਲੀ ਅਵਸਥਾ ਨਹੀਂ ਰਹਿੰਦੀ। ਔਰ ਜਗਤ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਸਭ ਤੋਂ ਉੱਚਾ ਮੰਨਦੇ ਹਾਂ, ਉਹ ਅਵਸਥਾ ਦੇ ਵਿੱਚ ਪਹੁੰਚਣ ਦਾ ਜੋ ਉਦਮ ਹੈ ਇਹ ਸਾਨੂੰ ਉੱਥੇ ਲੈ ਕੇ ਜਾਂਦਾ ਹੈ। ਤੋ ਇੰਨੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਜੀ, ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਕਿਉਂਕਿ ਇਹ ਵਿਸ਼ਾ ਐਸਾ ਹੈ, ਇਹਨੂੰ ਸਹੀ ਅਰਥਾਂ ਵਿੱਚ ਜੇ ਕੋਈ ਬਿਆਨ ਕਰਨਾ ਚਾਹਵੇ ਤਾਂ ਕੇਵਲ ਉਹੀ ਵਿਅਕਤੀ ਬਿਆਨ ਕਰ ਸਕਦਾ ਹੈ ਜਿਹਦੀ ਆਤਮਿਕ ਅਵਸਥਾ ਇੰਨੀ ਉੱਚੀ ਹੋਵੇ। ਅਸੀਂ ਤਾਂ ਬਹੁਤ ਛੋਟੀ ਅਵਸਥਾ ਵਾਲੇ ਲੋਕ ਹਾਂ। ਕੇਵਲ ਜਿਨ੍ਹਾਂ ਨੂੰ ਅਸੀਂ ਵਿਦਵਾਨ ਮੰਨਦੇ ਹਾਂ ਜਾਂ ਗਿਆਨਵਾਨ ਮੰਨਦੇ ਹਾਂ, ਉਹਨਾਂ ਤੋਂ ਜੋ ਪ੍ਰਾਪਤ ਗਿਆਨ ਹੋਇਆ ਉਹਦੇ ਆਧਾਰ ਦੇ ਉੱਤੇ ਹੀ ਅਸੀਂ ਦੱਸ ਰਹੇ ਹਾਂ ਤੇ ਦੱਸਣ ਦੀ ਜਾਂਚ ਵੀ ਸਾਨੂੰ ਪੂਰੀ ਨਹੀਂ ਆਉਂਦੀ, ਤਾਂ ਬਹੁਤ ਕਮੀਆਂ ਹੋਣਗੀਆਂ। ਤਾਂ ਇਸ ਅਤ ਗੰਭੀਰ ਵਿਸ਼ੇ ਦੇ ਵਿੱਚ ਹੋਈਆਂ ਜੋ ਗਲਤੀਆਂ ਹਨ ਉਹਨਾਂ ਨੂੰ ਖਿਮਾ ਕਰਨਾ ਜੀ, ਭੁੱਲਾਂ ਨੂੰ ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਵੀਰ ਪ੍ਰਭ ਕੀਰਤਨ ਸਿੰਘ ਜੀ, ਬਹੁਤ ਹੀ ਵਿਸਥਾਰ ਨਾਲ ਆਪ ਜੀ ਨੇ ਅੱਜ ਦੀ ਇਸ 35 ਤੇ 36ਵੀਂ ਪੌੜੀ ਦੀ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਗੁਰੂ ਸਾਹਿਬ ਜੀ ਦੇ ਅੱਜ ਦੇ ਬਚਨ ਸੁਣ ਕੇ ਤਾਂ ਮਨ ਜਿਹੜਾ ਇਸ ਸਮਾਜ 'ਚ ਜਾਣਾ ਚਾਹੀਦਾ ਹੈ ਵੀ ਸਤਿਗੁਰੂ ਪਾਠ ਅਸੀਂ ਬੇਸ਼ੱਕ ਰੋਜ਼ ਕਰਦੇ ਹਾਂ, ਰੂਟੀਨ ਵਾਈਜ਼ ਕਰ ਲੈਂਦੇ ਹਾਂ, ਪਰ ਕਦੀ ਵਿਸਮਾਦ ਅਵਸਥਾ ਦਾ ਆਨੰਦ ਸ਼ਾਇਦ ਅਸੀਂ ਮਾਣਿਆ ਨਹੀਂ। ਜਦੋਂ ਮਨ ਵਿਸਵਾਦ ਅਵਸਥਾ ਦਾ ਆਨੰਦ ਮਾਣਦਾ ਹੈ, ਇਹ ਸਾਰੀਆਂ ਚੀਜ਼ਾਂ ਇਹ ਅਵਸਥਾ ਦੇ ਵਿੱਚੋਂ ਲੰਘਦਾ ਫਿਰ ਵਿਸਮਾਦੀ ਹੁੰਦਾ ਤੇ ਵਿਸਮਾਦ ਵਿੱਚ ਆ ਕੇ ਇਹੋ ਜਿਹੀਆਂ ਗੱਲਾਂ ਮਨੁੱਖ ਕਰਦਾ ਹੈ।
ਕਿਉਂਕਿ ਜਪ ਬਾਣੀ ਦੇ ਆਰੰਭ ਵਿੱਚ ਜੀਵਨ ਦੇ ਚੱਲਣ ਨੂੰ ਹੁਕਮ ਦੇ ਘੇਰੇ ਵਿੱਚ ਲਿਆਉਣ ਦੀ ਹਦਾਇਤ ਕੀਤੀ ਗਈ ਸੀ। ਹੁਣ ਪਹਿਲੇ ਖੰਡ ਤੋਂ ਹੀ ਇਹ ਗੱਲ, ਇੱਕ ਮਸਲਾ ਖੜਾ ਹੋ ਗਿਆ ਕਿ ਕਰਮੀ ਕਰਮੀ ਹੋਏ ਵਿਚਾਰ। ਪਰਮੇਸ਼ਰ ਨੇ ਮਾੜਾ ਚੰਗਾ ਕਿਸ ਨੂੰ ਬਣਾਇਆ ਨਹੀਂ, ਕਰਮਾਂ ਦੀ ਵਿਚਾਰ ਹੋਣੀ ਹੈ। ਉਹਦੇ ਲਈ ਧਰਮ ਦੀ ਜ਼ਰੂਰਤ ਹੈ। ਧਰਮ ਨੇ ਪੜਚੋਲ ਕਰਨੀ ਸੀ ਤੇ ਉਹਦੇ ਲਈ ਗਿਆਨ ਦੀ ਲੋੜ ਹੈ। ਗਿਆਨ ਚਾਹੀਦਾ ਸੀ। ਕਿੰਨੀ ਰਿਲੇਟਡ ਗੱਲਾਂ ਗੁਰੂ ਸਾਹਿਬ ਜੀ ਨੇ ਇਹ ਗੱਲਾਂ ਸਾਡੀਆਂ ਦੱਸੀਆਂ। ਧਰਮ ਇੱਕ ਅਨੁਸ਼ਾਸਨ ਹੈ, ਇੱਕ ਡਿਸਿਪਲਨ ਹੈ, ਇੱਕ ਨਿਯਮ ਹਨ, ਫਰਜ਼ ਹੈ, ਗਿਆਨ ਪਹਿਚਾਨ ਹੈ। ਧਰਮ ਖੰਡ ਤੇ ਗਿਆਨ ਖੰਡ ਨੇ ਮਿਲ ਕੇ ਕਰਮ ਕਿਹੜਾ ਕਰਨਾ ਹੈ, ਉੱਤਮ ਕਰਮ ਕਿਹੜਾ ਹੈ, ਕਿਹੜਾ ਕਰਮ ਚਾਹੀਦਾ ਹੈ, ਇਹਦੀ ਪਛਾਣ ਹੋ ਗਈ। ਉਹ ਵੀ ਸਮਝ ਆ ਗਈ। ਉੱਤਮ ਸੇ ਦਰ ਉੱਤਮ ਕਹੀ ਹੈ, ਨੀਚ ਕਰਮ ਵੈ ਰੋਏ। ਇਸ ਫਿਲਾਸਫੀ ਦੀ ਵੀ ਸਮਝ ਆ ਗਈ। ਜਦੋਂ ਇਹਦੀ ਪਛਾਣ ਹੋ ਗਈ, ਫਿਰ ਉਦਮ ਦੀ ਲੋੜ ਸੀ। ਉੱਤਮ ਕਰਮ ਕਰਨ ਲਈ, ਉੱਤਮ ਕਰਮ ਕਰਨ ਲਈ ਮਿਹਨਤ ਦੀ ਲੋੜ ਹੁੰਦੀ ਹੈ, ਕਿਉਂਕਿ ਜੀਵਨ ਕਰਮ ਭੂਮੀ ਹੈ। ਜੀਵਨ ਨੂੰ ਸੱਚਖੰਡ ਬਣਾਉਣ ਲਈ ਮਰਨ ਤੋਂ ਬਾਅਦ ਦੇ ਸੱਚਖੰਡ ਦੀ ਗੁਰਮਤਿ ਨੇ ਕੋਈ ਗੱਲ ਕਹਾਣੀ ਨਹੀਂ ਦੱਸੀ। ਜਿਉਂਦਿਆਂ ਜੀਵਨ ਨੂੰ ਸੱਚਖੰਡ ਬਣਾਉਣ ਲਈ ਉੱਤਮ ਕਰਮ ਕਰਨ ਦੀ ਲੋੜ ਪੈਂਦੀ ਹੈ। ਉਹ ਮਿਹਨਤ ਹੈ। ਜਦੋਂ ਧਰਮ ਤੇ ਗਿਆਨ ਇਕੱਠੇ ਹੁੰਦੇ ਹੈ, ਸਾਰੇ ਬ੍ਰਹਿਮੰਡ ਵਿੱਚ ਉਸ ਨੂੰ ਹਰ ਆਵਾਜ਼ ਵਿੱਚ, ਹਰ ਵਿਅਕਤੀ ਵਿੱਚ ਪ੍ਰਭੂ ਨਜ਼ਰ ਆਉਂਦਾ ਹੈ। ਇੰਨੀ ਉਹਦੀ ਸੋਚ ਵਿਸ਼ਾਲ ਹੋ ਜਾਂਦੀ ਹੈ। ਹਰ ਸਰੂਪ ਵਿੱਚ ਉਹਨੂੰ ਪ੍ਰਭੂ ਦਾ ਸਰੂਪ ਨਜ਼ਰ ਆਉਂਦਾ ਹੈ। ਫਰਕ ਕੀ ਹੈ? ਪਹਿਲਾਂ ਆਪਣੀ ਆਵਾਜ਼ ਸੁਣਦਾ ਸੀ, ਆਪਣੇ ਮਨ ਦੀ ਗੱਲ ਕਰਦਾ ਸੀ, ਆਪਣੇ ਤੇ ਪਰਾਏ ਦੀ, ਆਪਣੇ ਨੂੰ ਗਲਵਕੜੀ ਵਿੱਚ ਲੈ ਲੈਂਦਾ ਸੀ, ਪਰਾਏ ਨੂੰ ਧੱਕੇ ਮਾਰ ਕੇ ਪਰਾਂ ਸੁੱਟ ਦਿੰਦਾ ਸੀ। ਪਹਿਲਾਂ ਇਹ ਸੋਚ ਸੀ। ਵਿਰੋਧੀ ਦੇ ਨਾਲ ਦੁਸ਼ਮਣੀ, ਆਪਣੇ ਨਾਲ ਮਿੱਤਰਤਾ। ਧਰਮ ਤੇ ਗਿਆਨ ਦੇ ਮੇਲ ਵਿੱਚ ਇਹ ਸਭ ਚੀਜ਼ਾਂ ਖਤਮ ਹੋ ਗਈਆਂ। ਮੇਰ ਤੇਰ ਦੀਆਂ ਕੰਧਾਂ ਟੁੱਟ ਗਈਆਂ। ਇਹ ਤਾਂ ਐਸਾ ਹੈ ਜਿਵੇਂ ਸੂਰਜ ਚੜ੍ਹਿਆ ਤੇ ਅੰਦਰ ਰੋਸ਼ਨੀ ਹੋ ਗਈ, ਗਿਆਨ ਦਾ ਐਸਾ ਚਾਨਣ ਹੋ ਗਿਆ। ਗਿਆਨ ਅੰਜਨ ਜਾਂ ਕੀ ਨੇਤਰੀ ਪੜਿਆ, ਤਾਂ ਕੋ ਸਰਬ ਪ੍ਰਗਾਸਾ। ਅਗਿਆਨ ਅੰਧੇਰੇ ਸੁਝਸ ਨਾਹੀ, ਬੌੜ ਬੌੜ ਪਰਮਾਤਾ। ਹੁਣ ਇੱਥੇ ਸਮਝਾਈ ਕਰਮੀ ਕਰਮੀ ਦੀ ਵਿਚਾਰ। ਪਹਿਲਾਂ ਗਿਆਨਤਾ ਦਾ ਹਨੇਰਾ ਸੀ, ਗਿਆਨ ਅੰਜਨ ਸੀ। ਜਿਨ੍ਹਾਂ ਦੇ ਨੇਤਰਾਂ 'ਚ ਪੈ ਗਿਆ, ਉੱਥੇ ਰੋਸ਼ਨੀ ਹੋ ਗਈ, ਚਾਨਣ ਹੋ ਗਿਆ। ਹੁਣ ਇੱਥੇ ਗਿਣਤੀਆਂ ਮਿਣਤੀਆਂ ਨਹੀਂ, ਚਾਨਣ ਕਿਹੜਾ ਸੀ, ਕਿੰਨੇ ਵੋਲਟ ਦਾ ਸੀ, ਕਿੰਨਾ ਸੀ, ਇਹ ਕੋਈ ਗਿਣਤੀਆਂ ਮਿਣਤੀਆਂ ਨਹੀਂ। ਫਿਰ ਗੁਰੂ ਪਾਤਸ਼ਾਹ ਜੀ ਨੇ ਵੀ ਗੱਲ ਸਮਝਾਈ। ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਸਾਖੀ। ਗੁਰੂ ਰਾਮਦਾਸ ਮਹਾਰਾਜ ਦਾ ਸ਼੍ਰੀ ਰਾਗ ਦੇ ਵਿੱਚ ਪੌੜੀ ਹੈ ਜੋ ਵਾਰ ਦੇ ਨਾਲ ਹੈ। ਜਿਸ ਤੁਰ ਭਾਗ ਹੋਵੇ ਮੁਖ ਮਸਤਕ, ਤਿਨ ਜਨ ਲੈ ਹਿਰਦੇ ਰਾਖੀ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ, ਗੁਰ ਬਚਨੀ ਸਹਿਜੇ ਚਾਖੀ। ਤਹ ਭਿਆ ਪ੍ਰਗਾਸ ਮਿਟਿਆ ਅੰਧਿਆਰਾ, ਜੋ ਸੂਰਜ ਰੈਨ ਕੇ ਰਾਖੀ। ਅਦਿਸ਼ਟ ਅਗੋਚਰ ਅਲਖ ਨਿਰੰਜਨ, ਸੋ ਦੇਖਿਆ ਗੁਰਮੁਖ ਆਂਖੀ। ਇਹ ਹੈ ਅਵਸਥਾ ਗਿਆਨ ਦੀ। ਗੁਰੂ ਪਾਤਸ਼ਾਹ ਕਹਿੰਦੇ ਫਿਰ ਕਰਮ ਘੜੇ ਜਾਣੇ ਨੇ, ਉਹਨੂੰ ਘੜਨ ਲਈ ਉਦਮ ਦੀ ਲੋੜ ਹੈ। ਉਦਮ ਨਾਲ ਘੜਿਆ ਜਾਂਦਾ ਹੈ। ਕਰਮ ਬਾਹਰ ਦਿਸਦਾ ਹੈ, ਪਰ ਉਹਦੀ ਕਰਮ ਦੀ ਜਿਹੜੀ ਸੂਖਸ਼ਮ ਭੇਦ ਹੈ ਉਹ ਅੰਦਰ ਪੈਦਾ ਹੁੰਦਾ ਹੈ। ਅੰਦਰੋਂ ਵਿਚਾਰ ਬਣਦੇ ਨੇ। ਬਾਹਰੀ ਉਦਮ ਤੋਂ ਪਹਿਲਾਂ ਅੰਦਰ ਫੁਰਨਾ ਫਿਰਦਾ ਹੈ। ਜਿਹੜਾ ਬੜੀ ਡੂੰਘੀ ਗੁਰੂ ਪਾਤਸ਼ਾਹ ਨੇ ਸੁਰਤ ਮਤ ਮਨ ਬੁੱਧ ਦੀ ਜਿਹੜੀ ਗੱਲ ਕੀਤੀ ਹੈ ਨਾ, ਕਿਉਂ ਘੜਨ ਦੀ ਗੱਲ ਕੀਤੀ, ਕਿਉਂ ਘੜਿਆ ਗਿਆ ਹੈ? ਕਿਉਂਕਿ ਵਿਚਾਰ ਅੰਦਰ ਫੁਰਦੇ ਨੇ। ਪਹਿਲਾਂ ਕੋਈ ਕੰਮ ਕਰਨਾ ਹੋਵੇ, ਪਹਿਲਾਂ ਅੰਦਰ ਫੁਰਨਾ ਫੁਰਦਾ ਹੈ। ਹਾਲੇ ਕਿਸੇ ਨੇ ਦੇਖਿਆ ਨਹੀਂ, ਕਿਸੇ ਨੂੰ ਪਤਾ ਨਹੀਂ ਲੱਗਾ, ਪਰ ਸਾਡੇ ਮਨ 'ਚੋਂ ਫੁਰਨਾ, ਮੈਂ ਕੰਮ ਕਰਨਾ, ਉਹਦਾ ਨਕਸ਼ਾ ਵੀ ਸਾਡੇ ਦਿਮਾਗ ਵਿੱਚ ਆ ਜਾਂਦਾ ਹੈ। ਸਪੋਜ਼ ਕਰ ਲਓ ਮੈਂ ਕਿਸੇ ਦੇ ਘਰ ਜਾਣਾ, ਮੇਰੇ ਮਨ 'ਚ ਆਇਆ ਮੈਂ ਘਰ ਜਾਣਾ, ਉਹਦਾ ਰਸਤੇ ਦਾ ਨਕਸ਼ਾ ਵੀ ਸਾਡੇ ਅੱਖਾਂ ਦੇ ਅੱਗੇ ਘੁੰਮਣਾ ਨਜ਼ਰ ਹੋ ਜਾਂਦਾ। ਉਹਦਾ ਘਰ ਵੀ ਅੱਖਾਂ ਦੇ ਅੱਗੇ ਘੁੰਮਣਾ, ਅੱਖਾਂ ਦੇ ਸਾਡੇ ਘੁੰਮਦਾ ਹੈ। ਹਾਲੇ ਇਹ ਫੁਰਨਾ ਕਿੱਥੇ ਫੁਰਿਆ? ਅੰਦਰ ਫੁਰਿਆ ਜਾਣ ਦਾ, ਅਜੇ ਕੁਛ ਕੀਤਾ ਨਹੀਂ। ਤੇ ਜਦੋਂ ਅੰਦਰ ਫੁਰਨਾ ਫਿਰਦਾ, ਬਾਹਰ ਦਾ ਨਕਸ਼ਾ ਬਣਦਾ, ਉਦਮ ਕਰਨ ਕਰਮ ਜਦੋਂ ਫਿਰ ਰੂਪਮਾਨ ਹੋ ਜਾਂਦੇ ਨੇ, ਫਿਰ ਮਿਹਨਤ ਸ਼ੁਰੂ ਹੁੰਦੀ ਹੈ। ਉੱਥੇ ਫਿਰ ਨੂਪ ਘਾੜ ਤੇ ਘੜਨ ਦੀ ਕਿਰਿਆ ਸ਼ੁਰੂ ਹੁੰਦੀ ਹੈ। ਇਹ ਕਿਹੜੀਆਂ ਗੱਲਾਂ ਚੀਜ਼ਾਂ ਕਰਨ ਦੀ ਲੋੜ ਸੀ? ਸੁਰਤ ਮਤ ਮਨ ਬੁੱਧ,
ਘੜਨ ਦੀ ਲੋੜ ਸੀ। ਇਹਨਾਂ ਨੂੰ ਘੜਨ ਲਈ ਮਿਹਨਤ ਕਰਨੀ ਪੈਂਦੀ ਹੈ। ਇਹ ਗੱਲਾਂ ਨਾਲ ਘੜਿਆ ਨਹੀਂ ਜਾਂਦੇ। ਕੇਵਲ ਗੱਲਾਂ ਨਾਲ, ਬਾਹਰਲੀਆਂ ਗੱਲਾਂ ਨਾਲ ਨਹੀਂ ਘੜੇ ਜਾਂਦੇ। ਜਿਹੜੇ ਘੜਦੇ ਬਾਹਰਲੀਆਂ ਗੱਲਾਂ ਨਾਲ ਘੜਨਾ ਚਾਹੁੰਦੇ ਨੇ, ਪਛਤਾਉਂਦੇ ਨੇ, ਉਹਨਾਂ ਦੇ ਪੱਲੇ ਪਛਤਾਵਾ ਹੈ। ਇਸ ਸਤਿਗੁਰੂ ਜੀ ਨੇ ਸਾਨੂੰ ਚੀਜ਼ਾਂ ਸੂਖਸ਼ਮ ਜਿਹੜੀਆਂ ਜ਼ਿਕਰ ਕੀਤਾ ਮਹਾਰਾਜ ਨੂੰ ਦਿਸਦੀਆਂ ਤਾਂ ਹੈ ਨਹੀਂ, ਸੂਖਸ਼ਮ ਰੂਪ ਵਿੱਚ ਨੇ ਸਾਡੇ ਕੋਲ, ਪਰ ਗੁਰੂ ਘੜਦਾ। ਫਿਰ ਜਦੋਂ ਸਾਡੇ ਆ ਸੋਚ ਮੰਡਲ ਵਿੱਚੋਂ ਧਰਮ ਦੀ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ, ਫਿਰ ਕੀ ਹੈ? ਦੇਖੋ, ਸੁਰਤ ਗੁਰੂ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਦੇ ਨੇ। ਗੁਰੂ ਜੀ ਨੇ ਸਾਰਿਆਂ ਨੂੰ ਸੁਰਤ ਦਿੱਤੀ ਹੈ, ਹਰ ਬੰਦੇ ਨੂੰ ਦਿੱਤੀ ਹੈ। ਸੁਰਤ ਤੋਂ ਸਿੱਖਣਾ ਕੋਈ ਹੈ ਵੀ ਨਹੀਂ ਹੈ। ਮਤ ਜਿਹੜੀ ਹੈ, ਬੰਦਾ ਇੱਥੋਂ ਬਾਹਰੋਂ ਆ ਕੇ ਸੰਸਾਰ ਤੋਂ ਲੈ ਲੈਂਦਾ, ਤੇ ਜੇ ਮਤ ਗੁਰੂ ਦੀ ਹੋ ਜਾਏ ਤੇ ਫਿਰ ਇਹਦੀ ਘਾਟ ਹੋ ਜਾਂਦੀ ਹੈ, ਤੇ ਜੇ ਮਤ ਮਨ ਦੀ ਹੋ ਜਾਏ ਤੇ ਫਿਰ ਦੂਰੀ ਬਣ ਜਾਂਦੀ ਹੈ। ਕਰਮੀ ਕਰਮੀ ਹੋਏ ਵਿਚਾਰ ਦੀ ਗੱਲ ਤੇ ਉਹੀ ਹੈ ਨਾ। ਤਾਂ ਹੀ ਗੁਰੂ ਸਾਹਿਬ ਕਹਿੰਦੇ, ਗੁਰ ਕੀ ਮਤ ਧੁਲੇ ਇਆਨੇ, ਭਗਤ ਬਿਨਾ ਉਹ ਡੂਬੇ ਸਿਆਣੇ। ਗੁਰੂ ਦੀ ਮਤ ਲੈ, ਕਿਉਂਕਿ ਮਨ ਦੀ ਮਤ ਲਵੇ ਤਾਂ ਬੰਦੇ ਦੇ ਕੀਤੇ ਕਰਮ ਵਿਅਰਥ ਨੇ। ਖਿਆਲ ਕਰਨਾ, ਜਿਹੜੀ ਅਸਲੀ ਗੱਲ ਹੈ। ਤੇ ਜੇ ਗੁਰੂ ਦੀ ਮਤ ਆ ਜਾਏ ਤਾਂ ਫਿਰ ਗੁਰੂ ਕੀ ਕਹਿ ਦਿੰਦਾ ਹੈ? ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰੂ ਮਹਿ ਸਮਾਨਾ। ਇਹ ਬਾਣੀ ਜੋ ਜਿਉ ਜਾਣੇ ਤਿਸ ਅੰਤਰ ਰਵੈ ਹਰ ਨਾਮਾ। ਇਹ ਤਾਂ ਜਿਉ ਜਾਣ ਦੀ ਗੱਲ ਹੈ। ਪਰ ਜਦੋਂ ਤੱਕ ਜਬ ਬੁੱਧ ਹੋਤੀ ਤਬ ਬਲ ਕੈਸਾ, ਅਬ ਬੁੱਧ ਬਲ ਨਾ ਖਟਾਈ। ਜਦ ਤੱਕ ਆਪਣੀ ਸੀ ਕਰਮ ਸੋਚ ਸੀ, ਉਦੋਂ ਤੱਕ ਕੁਛ ਨਹੀਂ ਬਣਿਆ। ਤੇ ਜਦੋਂ ਹੁਣ ਸਾਰੀ ਬਦਲ ਗਈ, ਗੁਰੂ ਦੀ ਮੱਤ ਲੈ ਲਈ, ਵਿਚਾਰ ਬਦਲ ਗਏ, ਗਿਆਨ ਆ ਗਿਆ, ਅੰਦਰ ਸਾਰੀ ਚੇਂਜ ਆ ਗਈ, ਤਬਦੀਲੀ ਆ ਗਈ, ਗੁਰੂ ਨੇ ਕਿਰਪਾ ਕਰ ਦਿੱਤੀ, ਤਾਂ ਗੁਰੂ ਦੀ ਮੱਤ ਨੇ ਬੁੱਧੀ ਨੂੰ ਘੜਨਾ। ਕਹੋ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਜਦੋਂ ਗੁਰੂ ਨੇ ਕਿਰਪਾ ਕੀਤੀ, ਉਹਨੇ ਮੇਰੀ ਬਦਲੀ ਕਰ ਦਿੱਤੀ, ਚੇਂਜ ਕਰਤੀ, ਸਾਰੀ ਬੁੱਧ ਘੜ ਕੇ ਰੱਖ ਦਿੱਤੀ ਸਾਡੀ। ਇਹੋ ਜਿਹੀ ਮਨੁੱਖ ਦੀ ਬੁੱਧੀ ਹੁੰਦੀ ਹੈ। ਜਿਹੋ ਜਿਹੀ ਮਨੁੱਖ ਦੀ ਬੁੱਧ ਹੁੰਦੀ, ਉਹੋ ਜਿਹਾ ਉਹਦਾ ਮਨ ਬਣਦਾ। ਹੁਣ ਜੇ ਮਤ ਗੁਰੂ ਅਨੁਸਾਰੀ ਹੈ ਤੇ ਮਨ ਦਾ ਝੁਕਾਅ ਅੰਤਰਮੁਖੀ ਹੈ, ਉਹਨੇ ਗੁਰੂ ਵਾਲੀ ਗੱਲ ਕਰਨੀ ਹੈ। ਤੇ ਜੇ ਮਤ ਮਨ ਦੀ ਹੈ ਤੇ ਮਨ ਦਾ ਸੁਭਾਅ ਬਾਹਰਮੁਖੀ ਹੈ, ਫਿਰ ਉਹ ਬਾਹਰ ਦੀ ਗੱਲਾਂ ਕਰੇਗਾ। ਪਰ ਧਰਮ ਦੇ ਰਸਤੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਗੱਲ ਸਮਝਾਈ, ਕਿ ਇੱਥੇ ਤਾਂ ਘੜਿਆ ਗਿਆ, ਗੁਰੂ ਨੇ ਘੜ ਦਿੱਤਾ। ਸੁਰਤ, ਮਤ, ਮਨ, ਬੁੱਧ ਘੜ ਕੇ ਰੱਖ ਦਿੱਤੀ। ਹੁਣ ਬਾਹਰਮੁਖੀ ਹੋਣਾ ਹੀ ਨਹੀਂ। ਹੁਣ ਤਾਂ ਵਾਹ ਵਾਹ ਵਾਹ, ਅੰਦਰ ਦੀਵਾ ਬਲ ਗਿਆ। ਹੁਣ ਮਿਹਨਤ ਹੋ ਗਈ ਹੈ, ਹੁਣ ਤਾਂ ਵਿਸਮਾਦ ਵਿੱਚ ਆ ਗਿਆ। ਹੁਣ ਕਿੱਥੇ, ਹੁਣ ਤਾਂ ਬਸ ਇਹ ਸਮਝ ਆ ਗਈ, ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਝਖਣਾ ਝਾਕ। ਬਸ ਉਹ ਸਮਝ ਆ ਗਈ। ਤੂੰ ਜਦੋਂ ਇਹ ਗੱਲ ਸਮਝ ਆ ਜਾਂਦੀ ਹੈ, ਫਿਰ ਅੰਦਰ ਆਨੰਦ, ਵਿਸਮਾਦ ਮੰਡਲ ਜਿਹੜਾ ਹੈ ਉਹ ਪੈਦਾ ਹੁੰਦਾ, ਜਿਹਦਾ ਜ਼ਿਕਰ ਗੁਰੂ ਪਾਤਸ਼ਾਹ ਜੀ ਨੇ ਇਹ ਸ਼ਰਮ ਖੰਡ ਦੇ ਵਿੱਚ ਸਾਡੇ ਨਾਲ ਜ਼ਿਕਰ ਕੀਤਾ, ਜੋ ਵੀਰ ਪ੍ਰਭ ਕੀਰਤਨ ਸਿੰਘ ਨੇ ਬੜੇ ਹੀ ਵਿਆਖਿਆ ਡਿਟੇਲ ਨਾਲ ਸਾਨੂੰ ਸਮਝਾਈ ਹੈ। ਤੇ ਗੁਰੂ ਕਿਰਪਾ ਕਰੇ, ਜਦੋਂ ਇਹ ਫਿਰ ਇੱਥੋਂ ਤੱਕ ਅਸੀਂ ਪਹੁੰਚ ਜਾਂਦੇ ਹਾਂ, ਫਿਰ ਧਰਮ ਦੀ ਖਾਤਰ ਕੁਰਬਾਨੀ ਦੇਣ ਨੂੰ ਵੀ ਤਿਆਰ ਹੋ ਜਾਂਦਾ ਬੰਦਾ। ਪਹਿਲਾਂ ਨਹੀਂ, ਪਹਿਲਾਂ ਨਹੀਂ। ਇਹ ਅਵਸਥਾ ਇਹੋ ਜਿਹੀ ਹੈ ਜਿਹੜੀ ਡਾਂਗਾਂ ਦੀ ਮਾਰ ਸਹਿ ਲੈਂਦੀ ਹੈ, ਟਰੈਕਟਰੀਆਂ ਤੇ ਚੜ੍ਹ ਜਾਂਦੀ ਹੈ, ਇੰਜਨਾਂ ਹੇਠ ਸਿਰ ਦੇ ਦਿੰਦੀ ਹੈ, ਛੋਟੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾ ਲੈਂਦੀ ਹੈ, ਇਹ ਤੇ ਨੀਹਾਂ 'ਚ ਖੜੀ ਹੋ ਜਾਂਦੀ ਹੈ। ਇਹ ਅਵਸਥਾ ਉਹ ਅਵਸਥਾ ਹੈ। ਇਹ ਗੱਲ ਐਵੇਂ ਨਹੀਂ ਬਣਦੀ, ਗੱਲਾਂ ਨਾਲ ਨਹੀਂ ਬਣਦੀ। ਇੱਥੇ ਤਾਂ ਘਾਟ ਘੜਨੀ ਪੈਂਦੀ ਹੈ, ਮਿਹਨਤ ਦੀ ਲੋੜ ਪੈਂਦੀ ਹੈ। ਉਹ ਫਿਰ ਇਹ ਆਨੰਦ ਬਣਦਾ ਕਿੱਥੋਂ ਹੈ? ਗੁਰੂ ਸਾਹਿਬ ਕਹਿੰਦੇ ਆ ਆਨੰਦ, ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਇਹ ਉਹ ਆਨੰਦ ਹੈ, ਉਹਦਾ ਜ਼ਿਕਰ ਗੁਰੂ ਪਾਤਸ਼ਾਹ ਨੇ ਕੀਤਾ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਤੇ ਗੁਰੂ ਸਾਹਿਬ ਜੀ ਨੇ ਸਾਰੀ ਗੱਲ ਦੱਸੀ ਹੈ। ਪਰ ਹੋਣਾ ਕੀ ਹੈ? ਅੰਦਰੋਂ ਜਿਨਕਾ ਮੋਹ ਟੁੱਟਾ, ਅਸਲੀ ਕਹਾਣੀ ਸਾਰੀ ਇਹ ਹੈ। ਤਿਨਕਾ ਸ਼ਬਦ ਸੱਚੇ ਸਵਾਰਿਆ। ਮੋਹ ਟੁੱਟਣ ਦੀ ਗੱਲ ਉਹ ਇੱਥੇ ਆ ਕੇ ਸਮਝ ਆਉਂਦੀ ਹੈ ਵੀ ਮੋਹ ਤੋੜਨਾ ਪਏਗਾ, ਮੋਹ ਦੀਆਂ ਜੰਜੀਰਾਂ ਤੋੜਨੀਆਂ ਪੈਣਗੀਆਂ। ਜਿਹੜੀ ਗੱਲ ਇੱਕੋ ਹੀ ਰਹਿ ਜਾਂਦੀ ਹੈ ਇਸ ਅਵਸਥਾ ਤੇ ਆ ਕੇ, ਜੋ ਸਮਝ ਆਉਂਦੀ ਹੈ ਵੀ ਬਸ ਧਰਮਖੰਡ ਤੋਂ ਜਿਹੜੀ ਗੱਲ ਤੁਰੀ ਸੀ ਨਾ, ਵੀ ਕਰਮੀ ਕਰਮੀ ਹੋਏ ਵਿਚਾਰ ਦੀ, ਹੁਣ ਉਹ ਲੱਗਦਾ ਵੀ ਇੱਥੇ ਬਖਸ਼ਿਸ਼ ਦਾ ਨਿਸ਼ਾਨ ਮਿਲ ਜਾਏ। ਬਸ ਅਰਦਾਸਾਂ ਹੀ ਕਰਦਾ ਜੀ, ਬੇਨਤੀਆਂ ਹੀ ਕਰਦਾ ਉਹਦੇ ਅੱਗੇ ਵੀ ਇਹ ਬਖਸ਼ੀਸ਼ ਖਸਮ ਤੇ ਪਾਵਾਂ, ਆਠ ਪੈਰ ਘਰ ਜੋੜ ਧਿਆਵਾਂ, ਨਾਮ ਜਪੀ ਨਾਮ ਸਹਿਜ ਸਮਾਵਾਂ, ਨਾਮ ਨਾਨਕ ਮਿਲੇ ਉਚਾਰਨਾ। ਬਸ ਇਹੋ ਹੀ ਬੇਨਤੀਆਂ ਸਾਡੀਆਂ ਹੋਣੀਆਂ ਚਾਹੀਦੀਆਂ ਨੇ। ਇਹੋ ਹੀ ਗੱਲ ਸਮਝ ਆ ਜਾਂਦੀ ਹੈ। ਗੁਰੂ ਕਿਰਪਾ ਕਰੇ ਸਾਡੇ ਵੀ ਇਹ ਸਮਝ ਆ ਜਾਏ ਤੇ ਸਾਡਾ ਵੀ ਲੋਕ ਪ੍ਰਲੋਕ ਸਹਿਲਾ ਹੋ ਜਾਏ ਜੀ। ਬਹੁਤ ਬਹੁਤ ਧੰਨਵਾਦ ਵੀਰ ਪ੍ਰਭ ਕੀਰਤਨ ਸਿੰਘ ਜੀ।
ਪਿਆਰ ਸਹਿਤ ਸਾਰੇ ਫਤਿਹ ਬੁਲਾਓ ਤੇ ਅਗਲੇ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। MP ਸਿੰਘ ਜੀ